ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਰਨ ਨ ਸਕੋ। ਤੂੰ ਠਾਕੁਰ ਊਚ ਭਗਵਾਨਾ, ਕੋਟ ਪਰਾਧ ਹਮਾਰੇ ਖੰਡੋ। ਅਨੇਕ ਵਿਧੀ ਸਮਝਾਵੋ, ਹਮ ਅਗਿਆਨ ਅਲਪ ਮਤ ਥੋਰੀ। ਤੁਮ ਆਪਨ ਬਿਰਦ ਰਖਾਵੋ, ਤੁਮਰੀ ਸ਼ਰਨ ਤੁਮਾਰੀ ਆਸਾ। ਤੁਮ ਹੀ ਸਜਨ ਸੁਹੇਲੇ, ਰਾਖੋ ਰਾਖਣ ਹਾਰ ਦਇਆਲਾ। ਨਾਨਕ ਘਰ ਕੇ ਗੋਲੇ, ਰਾਖੋ ਰਾਖਣ ਹਾਰ ਦਇਆਲਾ। ਨਾਨਕ ਘਰ ਕੇ ਗੋਲੇ। ਸਾਹਿਬ ਸਤਿਗੁਰੂ ਅਸ਼ਟਮ ਬਲਬੀਰਾ ਬਾਲਾ ਪ੍ਰੀਤਮ ਗੁਰਦੇਵ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਮੁਬਾਰਕ ਚਰਨ ਛੋਹ ਪ੍ਰਾਪਤ ਮੁਕੱਦਸ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਗਿਆਨ ਦੀ ਮੂਰਤ, ਗੁਣਾਂ ਦੇ ਭੰਡਾਰ, ਸਮੁੱਚੀ ਮਾਨਵਤਾ ਨੂੰ ਪਿਆਰ, ਏਕਤਾ, ਮਾਨਵਤਾ ਦਾ ਉਪਦੇਸ਼ ਸਾਂਝੇ ਰੂਪ ਦ੍ਰਿੜਾਉਣ ਵਾਲੇ ਸੱਚੇ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਵਡਭਾਗੀ ਸਤਸੰਗੀ ਜਨੋ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੈ ਪਰਮਗਤ ਮੇਰੀ। ਗੁਰਦੇਵ ਜੀ ਦੇ ਅੰਮ੍ਰਿਤ ਹੁਕਮਾਂ ਨੂੰ ਕਮਾਉਂਦਿਆਂ ਅੰਮ੍ਰਿਤ ਬਾਣੀ ਆਸਾ ਕੀ ਵਾਰ ਦੇ ਕੀਰਤਨ ਰੋਜ਼ਾਨਾ ਦੀ ਤਰ੍ਹਾਂ, ਜੋ ਕਿ ਗੁਰੂ ਦਰਬਾਰ ਦੀ ਮਰਿਆਦਾ ਹੈ, ਸੰਗਤਾਂ ਨੇ ਹਜ਼ੂਰੀ ਰਾਗੀ ਸਿੰਘਾਂ ਪਾਸੋਂ ਬੜੇ ਪਿਆਰ ਨਾਲ ਸ਼ਰਵਣ ਕੀਤੇ ਹਨ। ਕਰਤੇ ਦਾ ਤਰਸ ਹੈ ਜੋ ਗੁਰੂ ਦੇ ਚਰਨ ਪਰਸ਼ਨ ਦਾ ਮਾਲਕ ਨੇ ਇਹ ਸਮਾਂ ਸਾਡੀ ਝੋਲੀ ਪਾਇਆ। ਗੁਰੂ ਕੀ ਬਾਣੀ ਵਿੱਚ ਆਪਾਂ ਰੋਜ਼ ਬਚਨ ਪੜ੍ਹਦੇ ਹਾਂ, ਜਾ ਕੈ ਮਸਤਕ ਕਰਮ ਪ੍ਰਭ ਪਾਏ,
ਸਾਧ ਸ਼ਰਨ ਨਾਨਕ ਤੇ ਆਏ। ਔਰ ਜਿਸ ਦੇ ਉੱਤੇ ਕਿਰਪਾ ਹੈ ਉਹ ਗੁਰੂ ਦਰਬਾਰ ਹਾਜ਼ਰ ਹੁੰਦਾ ਹੈ। ਗੁਰੂ ਦਰਬਾਰ ਵਿੱਚ ਆ ਕੇ ਜਦੋਂ ਅੰਮ੍ਰਿਤ ਬਾਣੀ ਦੇ ਪ੍ਰਭਾਵ ਜਿੱਥੇ ਚੱਲ ਰਹੇ ਹੁੰਦੇ ਨੇ, ਆਪਣੀ ਸੁਰਤ ਨੂੰ ਟਿਕਾਉਂਦਾ ਹੈ ਤੇ ਉਸ ਨੂੰ ਗੁਰਦੇਵ ਨੇ ਫਿਰ ਵਡਭਾਗੀ ਕਹਿ ਦਿੱਤਾ ਹੈ। ਨਿਰਾਪੁਰਾ ਐਸਾ ਨਹੀਂ ਵੀ ਅਸੀਂ ਆਏ ਹਾਂ ਤੇ ਵਡਭਾਗੀ। ਠੀਕ ਹੈ, ਉਤਨੀ ਦੇਰ ਸੁਰਤ, ਉਤਨਾ ਸਮਾਂ ਸਾਡੀ ਜ਼ਿੰਦਗੀ ਦਾ ਸਫਲ ਹੈ। ਪਰ ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਮਹਾਰਾਜ ਨੇ ਜਿੱਥੇ ਵਡਭਾਗੀ ਦੀ ਗੱਲ ਕੀਤੀ, ਉੱਥੇ ਇੱਕ ਸਿਧਾਂਤ ਨਾਲ ਦਿੱਤਾ ਹੈ। ਹਜ਼ੂਰ ਨੇ ਬਿਲਕੁਲ ਸਪਸ਼ਟ ਕਹਿ ਦਿੱਤਾ, ਕਹਿਣ ਲੱਗੇ ਮੁਬਾਰਕ ਹੈ ਤੈਨੂੰ ਉਦਮ ਬਖਸ਼ਿਆ, ਤੂੰ ਗੁਰਦੁਆਰੇ ਆਇਆ। ਬਹੁਤ ਵਧੀਆ ਹੈ ਕਿ ਤੈਨੂੰ ਗੁਰੂ ਦੇ ਚਰਨ ਪਰਸਨ ਦਾ ਸੁਭਾਗ ਮਿਲਿਆ, ਪਰ ਜੇ ਮੁਕੰਮਲ ਲਾਭ ਲੈਣਾ ਚਾਹੁੰਦਾ ਤੇ ਇਸ ਗੱਲ ਉੱਤੇ ਪਹਿਰਾ ਦੇ। ਉਹ ਬਚਨ ਨੇ ਦਾਤਾਰ ਦੇ ਸੇਵਕ ਸਿੱਖ ਪੂਜਨ ਸਭ ਆਵਹਿ, ਸਭ ਗਾਵੇ ਹਰ ਹਰ ਉਤਮ ਬਾਣੀ। ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਆਉਣਾ ਆਪਣੀ ਥਾਂ ਤੇ ਮੁਬਾਰਕ ਹੈ, ਸੁਣਨਾ ਆਪਣੀ ਥਾਵੇਂ ਮੁਬਾਰਕ ਹੈ। ਪਾਤਸ਼ਾਹ ਕਹਿੰਦੇ ਜੇ ਮੁਕੰਮਲ ਹੀ ਲਾਭ ਹੈ ਤੇ ਜੋ ਸੁਣਿਆ ਜੋ ਗਾਇਆ, ਜਿਸ ਨੂੰ ਸਮਝਣ ਲਈ ਗੁਰੂ ਚਰਨਾਂ ਵਿੱਚ ਨਤਮਸਤਕ ਹੋਇਆ, ਉਸ ਨੂੰ ਕਮਾਈ ਵਿੱਚ ਲੈ ਆ। ਸੋ ਬਾਬਾ ਜੀ ਮਿਹਰ ਕਰਨ, ਆਪਾਂ ਗੁਰਬਾਣੀ ਕੀਰਤਨ ਸਰਵਣ ਕੀਤਾ, ਨਾਲ ਹੀ ਪਾਵਨ ਦਰਬਾਰ ਵਿਖੇ ਚੱਲ ਰਹੀ ਅੰਮ੍ਰਿਤ ਬਾਣੀ ਦੀ ਵਿਚਾਰ ਲੜੀਵਾਰ ਰੂਪ ਵਿੱਚ ਜੋ ਭੱਟ ਸਾਹਿਬਾਨ ਵੱਲੋਂ ਗੁਰੂ ਸਾਹਿਬਾਨ ਜੀ ਦੀ ਉਸਤਤ ਅੰਦਰ ਵੱਖ-ਵੱਖ ਭੱਟ ਸਾਹਿਬਾਨ ਨੇ ਤੇ ਸਾਰੇ ਹੀ ਪੰਚਮ ਪਾਤਸ਼ਾਹ ਤੱਕ ਪਹਿਲੇ ਗੁਰੂ ਸਾਹਿਬਾਨ ਦੀ ਉਸਤਤ ਵਿੱਚ ਬਚਨ ਆਖੇ ਹੈ। ਉਹਨਾਂ ਨੂੰ ਅਸੀਂ ਸਵਈਆਂ ਦੇ ਸਿਰਲੇਖ ਵਿੱਚ ਪੜ੍ਹਦੇ ਹਾਂ। ਅੱਜ ਧੰਨ ਗੁਰੂ ਅਰਜਨ ਦੇ ਪਿਤਾ ਮਹਾਰਾਜ ਜੀ ਦੀ ਉਸਤਤ ਵਿੱਚ ਜੋ ਭੱਟ ਕਲ ਸਹਾਰ ਜੀ ਨੇ, ਭੱਟ ਕਲ ਜੀ, ਇਹਨਾਂ ਦੇ ਦੋਨੋਂ ਨਾਮ ਅਸੀਂ ਪੜ੍ਹਦੇ ਹਾਂ। ਆਪ ਜੀ ਨੇ ਜੋ ਬਚਨ ਉਚਾਰਨ ਕੀਤੇ ਨੇ, 8ਵੇਂ ਨੰਬਰ ਦੇ ਸਵਈਏ ਦਾ ਮੂਲ ਪਾਠ ਪਾਵਨ ਅਸਥਾਨ ਦੇ ਗ੍ਰੰਥੀ ਸਾਹਿਬ ਭਾਈ ਗੁਰਮੰਗਤ ਸਿੰਘ ਹੋਰਾਂ ਪਾਸੋਂ ਬੜੇ ਪਿਆਰ ਨਾਲ ਸ਼ਰਵਣ ਕੀਤਾ। ਇਹ ਮੁਬਾਰਕ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੇ 1408 ਨੰਬਰ ਅੰਕ ਉੱਤੇ ਸ਼ੁਭਾਇਮਾਨ ਹਨ ਜੀ। ਕਿਸ ਤਰੀਕੇ ਭੱਟ ਸਾਹਿਬਾਨ ਗੁਰੂ ਪਿਤਾ ਦੀ ਸ਼ੋਭਾ ਬਿਆਨ ਕਰਦੇ ਨੇ, ਉਹਨਾਂ ਦੇ ਗੁਣਾਂ ਨੂੰ ਤੇ ਉਹਨਾਂ ਦੇ ਜੀਵਨ ਦੀ ਜਿਹੜੀ ਵਡਿਆਈ ਹੈ, ਉਸ ਵਾਸਤੇ ਸਾਰੇ ਹੀ ਗੁਣਾਂ ਦਾ ਉਹ ਤਹਿ ਤੱਕ, ਜਿਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਵਿਚਾਰ ਰੂਪ ਵਿੱਚ ਉਜਾਗਰ ਕਰਦੇ ਨੇ ਵੀ ਗੁਰੂ ਅਰਜਨ ਸਾਹਿਬ ਇਸ ਕਰਕੇ ਗੁਰੂ ਨਹੀਂ ਕਿ ਉਹ ਗੁਰੂ ਦੇ ਸਪੁੱਤਰ ਹਨ, ਉਹ ਇਸ ਕਰਕੇ ਗੁਰੂ ਨਹੀਂ ਕਿ ਉਹ ਗੁਰੂ ਸਾਹਿਬ ਦੀ ਕਿਰਪਾ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਦੋਹਤੇ ਨੇ। ਉਹਨਾਂ ਦੇ ਅੰਦਰ ਜੋ ਗੁਣ ਹਨ, ਜਿਨ੍ਹਾਂ ਗੁਣਾਂ ਕਰਕੇ ਉਹ ਪਰਮੇਸ਼ਰ ਸਰੂਪ ਬਣ ਗਏ, ਜਿਸ ਕਰਕੇ ਗੁਰੂ ਅਰਜਨ ਪ੍ਰਤੱਖ ਹਰ ਰੂਪ ਬਿਆਨ ਹੋਇਆ, ਸੋ ਉਹ ਗੁਣ ਬਿਆਨ ਕਰਦੇ ਹੈ। ਆਓ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਮਹਿਮਾ ਵਿੱਚ ਜਿਹੜੇ ਬਚਨ ਨੇ, ਜਿਸ ਮੂਲ ਪਾਠ ਨਾਲ ਜੁੜੇ, ਸੋ ਉਸ ਦੀ ਵਿਚਾਰ ਕਰਨ ਦਾ ਯਤਨ ਕਰਦੇ ਹਾਂ। ਗੁਰਦੇਵ ਆਪ ਉਦਮ ਉਤਸ਼ਾਹ ਤੇ ਕਿਰਪਾ ਕਰਕੇ ਮਿਹਰ ਦੀ ਨਜ਼ਰ ਬਣਾਉਣ ਤੇ ਅਸੀਂ ਇਹਨਾਂ ਗੱਲਾਂ ਨੂੰ, ਇਹਨਾਂ ਹੁਕਮਾਂ ਨੂੰ ਸਮਝ ਸਕੀਏ। ਵਿਚਾਰ ਤੋਂ ਪਹਿਲੋਂ ਇੱਕ ਵਾਰੀ ਮਨੋਬਿਰਤੀਆਂ ਕਰੋ ਇਕਾਗਰ, ਲਗਾਓ ਗੁਰੂ ਚਰਨਾਂ ਵਿੱਚ ਹਾਜ਼ਰੀ, ਗੁਰੂ ਫਤਿਹ ਦੀ ਪ੍ਰਵਾਨਗੀ ਬਖਸ਼ੋ, ਕੋਈ ਰਸਨਾ ਵਾਂਝੀ ਨਾ ਰਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਮਹਿਮਾ ਕਰਦੇ ਹਾਂ। ਭੱਟ ਕਲ ਜੀ ਆਰੰਭਤਾ ਕਰਦੇ ਨੇ, ਕਹਿੰਦੇ ਹਨ ਭੈ ਨਿਰਭਉ ਮਾਣਿਓ, ਲੱਖ ਮੈਂ ਅਲਖ ਲਖਾਇਓ। ਐ ਗੁਰੂ ਅਰਜਨ ਸਾਹਿਬ ਪਾਤਸ਼ਾਹ ਆਪ ਜੀ ਨੂੰ ਜੋ ਇਹ ਪਦਵੀ, ਜੋ ਇਹ ਮਾਣ, ਜੋ ਇਹ ਰੁਤਬਾ, ਜੋ ਇਹ ਵਡਿਆਈ ਮਿਲੀ ਹੈ,
ਅਸਲ ਵਿੱਚ ਇਸ ਦੇ ਅੰਦਰ ਜਿਹੜੇ ਕਾਰਨ ਨੇ ਉਹ ਇੱਥੇ ਬਿਆਨਦੇ ਹੈ। ਉਹ ਗੁਣ ਨੇ, ਉਹ ਸਮਰੱਥਾ ਆਪ ਜੀ ਪਾਸ ਹੈ। ਇਹ ਕਿਵੇਂ ਕਿਵੇਂ ਬਣੀ? ਕਹਿੰਦੇ ਨੇ ਆਪ ਜੀ ਨੇ ਭੈ ਨਿਰਭਉ, ਭੈ ਤੋਂ ਰਹਿਤ ਨਿਰਭਉ ਨਿਰੰਕਾਰ ਨੂੰ ਮਾਣ ਲਿਆ ਮਾਣਿਓ। ਹੁਕਮ ਤੇ ਸਾਨੂੰ ਵੀ ਹੈ। ਮੈਂ ਦੇਖੋ, ਕਿਉਂਕਿ ਅਖਰੀ ਰੂਪ ਵਿੱਚ ਅਰਥ ਕਰਾਂਗੇ ਤੇ ਸਪਸ਼ਟ ਹੈ ਵੀ ਸਾਰੇ ਗੁਣ ਨੇ, ਤੇ ਗੁਰੂ ਦੇ ਗੁਣ ਤੇ ਸਾਡੇ ਕਹਿਣ ਨਾਲ ਨਾ ਵਧਣੇ ਨੇ ਤੇ ਨਾ ਆਖਾਂਗੇ ਤੇ ਘਟਣੇ ਵੀ ਕੋਈ ਨਹੀਂ। ਪੜ੍ਹੀ ਜਾਂਦੇ ਆ, ਵੱਡਾ ਨਾ ਹੋਵੇ, ਘਾਟ ਨਾ ਜਾਏ, ਇਹ ਤੇ ਸਾਨੂੰ ਹੀ ਮਾਣ ਹੈ। ਮੈਂ ਸੁਖਮਨੀ ਦੇ 5 ਕਰ ਲਏ ਪਾਠ, ਉਸ ਦੇ ਨਾਲ ਗੁਰੂ ਅਰਜਨ ਸਾਹਿਬ ਨੂੰ ਨਹੀਂ ਫਰਕ ਪੈਂਦਾ। ਤੂੰ ਕਿੰਨਾ ਕੁ ਕਮਾਇਆ ਬੰਦੇ, ਇਹ ਵਿਚਾਰ ਕਰਨ ਦੀ ਲੋੜ ਹੈ। ਇਹ ਗੁਰੂ ਮਹਿਮਾ ਹੈ। ਕਹਿੰਦੇ ਨੇ ਭੈ ਨਿਰਭਉ ਮਾਣਿਓ। ਇਹ ਗੁਰੂ ਅਰਜਨ ਸਾਹਿਬ ਪਾਤਸ਼ਾਹ ਪੰਚਮ ਗੁਰਦੇਵ ਆਪ ਜੀ ਨੇ ਨਿਰਭਉ ਭੈ ਤੋਂ ਰਹਿਤ ਨਿਰੰਕਾਰ ਨੂੰ ਮਾਣ ਲਿਆ। ਉਸ ਦੀ ਨਜ਼ਦੀਕੀ, ਉਸ ਦੀ ਮਿਲਾਪ ਦੀ ਅਵਸਥਾ ਨੂੰ ਜਾਣਿਆ। ਸਾਨੂੰ ਗੁਰੂ ਹੁਕਮ ਰੋਜ਼ ਕਰਦੇ ਆ, ਨਿਰਭਉ ਜਪੈ ਸਗਲ ਭਉ ਮਿਟੈ, ਨਿਰਭਉ ਨਿਰਵੈਰ ਨਿਰੰਕਾਰ। ਉਸ ਰੱਬ ਦੇ ਗੁਣ ਨੇ, ਔਰ ਜਿਹੜਾ ਉਹਨਾਂ ਗੁਣਾਂ ਨੂੰ ਗਾਇਨ ਕਰਦਾ ਸਾਧ ਸੰਗਤ, ਉਸ ਦੇ ਨਜ਼ਦੀਕ ਜਾਂਦਾ ਹੈ। ਗੁਣ ਗਾਇਨ ਕਰਨ ਦਾ ਮਤਲਬ ਹੈ ਉਸ ਦੀ ਵਡਿਆਈ, ਉਸ ਮਾਲਕ ਦੀ ਸਿਫਤੋ ਸਲਾਹ ਕਰਕੇ ਉਸ ਦੇ ਨਜ਼ਦੀਕ ਪਹੁੰਚਣਾ। ਜਿਸ ਰੱਬ ਬਾਰੇ ਅਸੀਂ ਪੜ੍ਹਦੇ ਹਾਂ ਨਾ, ਵੱਡੀ ਹੂੰ ਵੱਡਾ ਪਾਰ ਤੇਰਾ ਮਰਤਬਾ, ਰੰਗ ਪਰੰਗ ਅਨੇਕ ਨਾ ਜਾਪਨ ਕਰਤਬਾ, ਜੀਆਂ ਅੰਦਰ ਜੀਓ ਸਭ ਕੁਝ ਜਾਣ ਲਾ, ਸਭ ਕੁਝ ਤੇਰਾ ਵਸ, ਤੇਰਾ ਘਰ ਭਲਾ। ਸੱਚੇ ਪਾਤਸ਼ਾਹ ਤੂੰ ਸਮਰੱਥ ਹੈ। ਆਪ ਦਾ ਗੁਣ ਹੈ ਨਿਰਭਉ, ਤੇ ਜੇ ਨਿਰਭਉ ਜਪਦੇ ਆ 70 ਸਾਲ ਹੋ ਗਏ ਤੇ ਭੈ ਅਜੇ ਵੀ ਨਾ ਮਿਟਿਆ, ਅਜੇ ਵੀ ਡਰ ਲੱਗਦਾ ਹੈ, ਤੇ ਫਿਰ ਨਿਰਭਉ ਨੂੰ ਆਰਾਧਨ ਦਾ ਕੋਈ ਬਹੁਤਾ ਲਾਭ ਨਹੀਂ ਹੋਇਆ। ਨਿਰਭਉ ਨੂੰ ਤੁਸੀਂ ਮਾਣਿਆ ਤੇ ਨਿਰਭਉ ਹੋ ਗਏ। ਲੱਖ ਮੈਂ ਅਲਖ ਲਖਾਇਓ, ਅਗਲਾ ਗੁਣ ਹੈ ਜਿਹੜਾ ਸਾਰਿਆਂ ਲੱਖਾਂ ਜੀਵਾਂ ਭਾਵ ਸਾਰੀ ਕਾਇਨਾਤ ਦੇ ਅੰਦਰ ਮੌਜੂਦ ਹੈ ਨਾ, ਅਕਾਲ ਪੁਰਖ, ਉਸ ਅਲਖ ਨੂੰ ਤੁਸੀਂ ਲਖ ਲਿਆ, ਉਸ ਅਲਖ ਪਰਮੇਸ਼ਰ ਨੂੰ ਜਾਣ ਲਿਆ, ਉਸ ਨਿਰੰਕਾਰ ਨੂੰ ਜਾਣਿਆ। ਔਰ ਦੇਖੋ, ਅਲਖ ਲਖਿਆ ਨਹੀਂ ਜਾਂਦਾ। ਉਸ ਅਲਖ ਨੂੰ ਕਿਵੇਂ ਲੱਭੀਦਾ ਹੈ? ਜੇ ਗੁਣਾਂ ਦੀ ਗੱਲ ਕਰੀਏ ਨਾ, ਉਸ ਅਲਖ ਦੀ ਰੋਜ਼ ਪੜ੍ਹਦੇ ਆਪਾਂ ਨਿਤਨੇਮ ਵਿੱਚ ਜਾਪ ਸਾਹਿਬ ਬਾਣੀ ਪੜ੍ਹੀਏ, ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ ਮਹਾਰਾਜ ਦੇ ਅੰਮ੍ਰਿਤ ਵਾਕ ਹਨ, ਤੇ ਪਹਿਲੀ ਪੌੜੀ ਪੜੋ ਤੇ ਪਤਾ ਲੱਗਦਾ ਰੱਬ ਅਲਖ ਕਿਵੇਂ ਹੈ। ਅਲਖ ਦਾ ਭਾਵ ਹੈ ਜਿਹੜਾ ਲਖਿਆ ਨਹੀਂ ਜਾਂਦਾ, ਸੋਖਾ ਨਹੀਂ ਦੇਖਿਆ ਜਾਂਦਾ ਦੁਨੀਆ ਦੇ ਪਦਾਰਥਾਂ ਵਿੱਚ, ਕਿਉਂਕਿ ਉਹ ਕੋਈ ਸਥੂਲ ਰੂਪ ਵਿੱਚ ਨਜ਼ਰ ਨਹੀਂ ਆਉਂਦਾ। ਉਹ ਅਜੂਨੀ ਹੈ, ਉਹ ਕਿਸੇ ਖਾਸ ਇੱਕ ਬਣਤਰ ਵਿੱਚ ਨਹੀਂ ਤੇ ਸਭਨਾ ਵਿੱਚ ਬੈਠਾ ਹੈ। ਲੇਕਿਨ ਸਭਨਾ ਵਿੱਚ ਦੇਖਣ ਵਾਸਤੇ ਉਸ ਦੇ ਵਿੱਚ ਗੁਣ ਗਾ ਕੇ ਅਭੇਦ ਹੋਣਾ ਪੈਂਦਾ, ਫੇਰ ਦਿਖਾਈ ਦਿੰਦਾ, ਫਿਰ ਸਮਝ ਪੈਂਦੀ ਹੈ ਮੇਰਾ ਮਾਲਕ ਤੇ ਸਮਸਤ ਅੰਦਰ ਬੈਠਾ ਹੈ। ਧੰਨ ਗੁਰੂ ਅਰਜਨ ਸਾਹਿਬ ਜੀ, ਉਹ ਆਪ ਜੀ ਨੇ ਉਸ ਅਲਖ ਨੂੰ ਲਖਿਆ, ਆਪ ਜੀ ਨੇ ਉਸ ਨੂੰ ਜਾਣਿਆ, ਕਿਉਂਕਿ ਉਹ ਇਹ ਬਾਹਰਲੀ ਅੱਖ ਨਹੀਂ ਦੇਖ ਸਕਦੀ। ਅੱਖ ਉਹ ਦੇਖੇਗੀ ਜਿਹੜੀ ਅੰਦਰ ਦੀ ਹੈ, ਤੇ ਅੰਦਰ ਦੀ ਅੱਖ ਖੁੱਲਦੀ ਹੈ ਉਸ ਦੇ ਗੁਣ ਕਹਿ ਕੇ, ਉਸ ਦੀ ਮਹਿਮਾ ਕਹਿ ਕੇ, ਉਸ ਬਾਰੇ ਪੜ੍ਹ ਕੇ, ਉਸ ਦੇ ਗੁਣਾਂ ਨੂੰ ਜਾਣ ਕੇ। ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ ਨੇ, ਚੱਕਰ ਚਿਹਨ ਅਰ ਬਰਨ ਜ਼ਾਤ ਅਰ ਪਾਤ ਨਹੀਂ ਜੇ। ਹੁਣ ਚੱਕਰ ਚਿੰਨ ਤੋਂ ਬਾਹਰ ਅਸੀਂ ਤੇ ਚੱਕਰ ਚਿੰਨ ਵਿੱਚ ਵੀ ਰੱਬ ਨੂੰ ਨਹੀਂ ਦੇਖ ਪਾ ਰਹੇ। ਸਾਡਾ ਤੇ ਇਨਸਾਨੀਅਤ ਨਾਲ ਵੀ ਅੱਜ ਦਾ ਰਿਸ਼ਤਾ ਵੇਖੋ, ਨੇੜੇ ਬੈਠ ਕੇ ਪਤਾ ਲੱਗੇਗਾ ਸਮਾਜ ਅੰਦਰ ਕਿ ਇੱਕ ਦੂਜੇ ਵਾਸਤੇ ਕਿੰਨਾ ਜ਼ਹਿਰ ਤੇ ਕਿੰਨੀ ਮਾੜੇ ਖਿਆਲ ਨੇ। ਰੱਬ ਨੂੰ ਦੇਖਣ ਲਈ ਤੇ ਸਾਨੂੰ ਨਾਨਕ ਸੇ ਅਖੜੀਆਂ ਬੇਅਨ ਜਿੰਨੀ ਦਿਸੰਦੋ ਮਾਂ ਪੀਰੀ, ਉਹ ਅੱਖਾਂ ਦੂਜੀਆਂ ਨੇ ਜਿਨ੍ਹਾਂ ਨਾਲ ਮੇਰੇ ਪੀਰ ਪਤੀ ਪਿਆਰੇ ਨੂੰ ਦਿਖਾਈ ਦੇਖਣ ਵਾਸਤੇ, ਉਸ ਦੇ ਬਾਰੇ ਸੋਚਣ ਲਈ ਸਾਨੂੰ ਕੁਝ ਹੋਰ ਦੁਨੀਆ 'ਚ ਉਤਰਨਾ ਪੈਣਾ ਹੈ, ਕਿਸੇ ਹੋਰ ਪਾਸੇ ਚੱਲਣਾ ਪਏਗਾ, ਜਾਗਣਾ ਪਏਗਾ। ਉਸ ਨੂੰ ਜਾਣਨ ਲਈ ਆਪਣੇ ਆਪ ਨੂੰ ਉਸ
ਅਦ੍ਰਿਸ਼ਟ ਦੇ ਨਾਲ ਜੋੜਨ ਲਈ ਇਸ ਦੁਨੀਆ ਦੇ ਸਥੂਲ ਪਦਾਰਥਾਂ ਦੀ ਗ੍ਰਿਫਤ ਚੋਂ, ਪਕੜ ਚੋਂ ਬਾਹਰ ਆਣਾ ਪੈਣਾ ਹੈ, ਫਿਰ ਉਹ ਮਿਲਦਾ ਹੈ। ਕਿਉਂਕਿ ਚੱਕਰ ਚਿੰਨ ਤੋਂ ਬਾਹਰ ਹੈ। ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ, ਨਾ ਉਸ ਦਾ ਕੋਈ ਰੂਪ ਹੈ, ਨਾ ਉਸ ਦਾ ਕੋਈ ਰੰਗ ਹੈ, ਨਾ ਚੱਕਰ ਹੈ, ਨਾ ਚਿੰਨ ਹੈ, ਨਾ ਵਰਨ ਹੈ, ਨਾ ਜਾਤ ਹੈ, ਨਾ ਗੋਤ ਹੈ, ਕੋਈ ਬਣਤਰ ਨਹੀਂ। ਉਸ ਅਦ੍ਰਿਸ਼ਟ ਵਾਸਤੇ ਅਦ੍ਰਿਸ਼ਟ ਰਸਤੇ ਤੇ ਚੱਲਣਾ। ਇੱਥੇ ਇੱਕ ਬੇਨਤੀ ਕਰਾਂ, ਬਾਬਾ ਕਬੀਰ ਸਾਹਿਬ ਦਾ ਇੱਕ ਸ਼ਲੋਕ ਹੈ, ਜੇ ਨਾ ਭੁੱਲਦਾ ਹੋਵਾਂ ਤੇ 85ਵੇਂ ਨੰਬਰ ਦਾ ਸ਼ਲੋਕ ਹੈ। ਬਾਬਾ ਕਬੀਰ ਸਾਹਿਬ ਉੱਥੇ ਸਮਝਾਉਂਦੇ ਨੇ ਕਿ ਸਤੀ ਪੁਕਾਰੇ ਚੇ ਚੜੀ ਸੁਨਹੋ ਵੀਰ ਮਸਾਨ। ਜਿਹੜੀ ਉੱਥੇ ਬਾਬਾ ਕਬੀਰ ਸਾਹਿਬ ਨੇ ਸਤੀਆਂ ਦੀ ਗੱਲ ਕੀਤੀ ਨਾ, ਮਸਾਣਾ ਦੀ ਗੱਲ ਕੀਤੀ ਹੈ, ਉਹ ਇਸੇ ਰੂਪ ਵਿੱਚ ਹੈ। ਗੁਰਮਤ ਜਾਂ ਬਾਬਾ ਕਬੀਰ ਸਾਹਿਬ ਸਤੀ ਪ੍ਰਥਾ ਦੀ ਪ੍ਰੋੜਤਾ ਨਹੀਂ ਕਰ ਰਹੇ, ਸਗੋਂ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਇਸ ਪ੍ਰਥਾ ਵਾਸਤੇ ਅਕਬਰ ਨੂੰ ਵਿਚਾਰ ਕਰਕੇ ਸੰਬੋਧਨ ਵੀ ਕੀਤਾ ਸੀ ਵੀ ਭਲਿਆ ਤੂੰ ਆਪਣੇ ਆਪ ਵਿੱਚ ਰਾਜਾ ਹੈ, ਵਕਤ ਦਾ ਹੁਕਮਰਾਨ ਹੈ, ਤੇ ਇਸ ਨੂੰ ਠੱਲ ਪਾ। ਇਹ ਗਲਤ ਹੈ, ਕਿਉਂਕਿ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰਦਾ ਸੀ ਤੇ ਉਸ ਦੀ ਜਿਹੜੀ ਅਰਧਾਂਗਨੀ ਹੈ, ਪਤਨੀ ਹੈ, ਉਹ ਚਿਖਾ ਵਿੱਚ ਸੜ ਕੇ ਮਰ ਜਾਂਦੀ ਸੀ। ਕਾਰਨ ਸੀ ਵੀ ਮੈਂ ਉਸ ਦੇ ਨਾਲ ਅਭੇਦ ਹੋਣਾ। ਭਗਤ ਕਬੀਰ ਸਾਹਿਬ ਨੇ ਜਿਹੜੀ ਇੱਥੇ ਗੱਲ ਕੀਤੀ ਹੈ, ਉਹ ਇਸ ਰੂਪ ਵਿੱਚ ਹੈ। ਬਾਹਰਮੁਖੀ ਸਰੀਰ ਸੜਨ ਦੀ ਗੱਲ ਨਹੀਂ, ਅਰਥ ਭਾਵ ਬਾਹਰੋਂ ਇਹੀ ਨੇ ਵੀ ਜਦੋਂ ਉਹ ਬੀਬੀ ਜਾ ਕੇ ਚਿਖਾ ਵਿੱਚ ਆਪਣੇ ਪਤੀ ਨਾਲ ਸਤੀ ਹੁੰਦੀ ਹੈ, ਸੜਦੀ ਹੈ, ਤੇ ਉਹ ਪੁਕਾਰ ਕੇ ਕਹਿੰਦੀ ਹੈ ਮਣੀ ਨੂੰ, ਉਸ ਚਿਖਾ ਨੂੰ, ਕਿ ਦੇਖਿਆ ਜੇ ਸਾਰੇ ਚਲੇ ਗਏ, ਹੁਣ ਮੇਰਾ ਤੇਰੇ ਨਾਲ ਇੱਕ ਰਿਸ਼ਤਾ ਰਹਿ ਗਿਆ, ਪਰਿਵਾਰ ਸਾਕ ਸੰਬੰਧੀ ਸਭ ਚਲੇ ਗਏ ਛੱਡ ਕੇ, ਤੇ ਮੇਰਾ ਤੇ ਤੇਰਾ ਰਿਸ਼ਤਾ ਹੈ। ਇੱਥੇ ਗੁਰੂ ਪਿਆਰ ਵਾਲਿਓ ਇੱਕ ਬੇਨਤੀ ਕਰਾਂ, ਜਿਹੜੀ ਨਜ਼ਰ ਨਾਲ ਉਸ ਅਲਖ ਨੂੰ ਦੇਖੀਦਾ ਹੈ, ਉਹ ਅਵਸਥਾ ਬਣਦੀ ਹੀ ਇਸ ਮ੍ਰਿਤਕ ਰੂਪ ਵਿੱਚ ਜਾ ਕੇ ਹੈ, ਜਿੱਥੇ ਬੰਦਾ ਆਪਣੇ ਆਪ ਨੂੰ ਦੁਨੀਆ ਤੋਂ ਮਾਰ ਕੇ ਆਪਣੇ ਅੰਦਰ ਉਸ ਗਿਆਨ ਦੀ ਜੋਤ ਨੂੰ ਪ੍ਰਗਟ ਕਰਦਾ ਹੈ, ਔਰ ਉਸ ਜੋਤ ਦੇ ਵਿੱਚ ਆਪਣੀ ਹੰਗਤਾ ਨੂੰ ਸਾੜ ਕੇ ਕਹਿੰਦਾ ਹੈ ਕਿ ਮੇਰਾ ਤੇ ਤੇਰੇ ਵਿਵੇਕ ਜਗਦੇ ਹੋਏ ਚਾਨਣ ਵਿੱਚ ਹੀ ਰਸਤਾ ਬਣਨਾ ਹੈ, ਰਿਸ਼ਤਾ ਤੇਰਾ ਤੇ ਮੇਰਾ ਜੁੜੇਗਾ, ਉਹ ਅਲਖ ਮੈਨੂੰ ਮਿਲ ਸਕਦਾ ਜਿਸ ਨੂੰ ਮਿਲਣ ਲਈ ਮੈਂ ਆਇਆ। ਕਿਉਂਕਿ ਉਹ ਜਿੰਦੀ ਇਸਤਰੀ ਸੜਦੀ ਆ ਵੀ ਪਤੀ ਨਾਲ ਮਿਲਾਪ ਹੋ ਜੇ। ਤੇ ਪਾਤਸ਼ਾਹ ਦੀ ਬਾਣੀ ਵਿੱਚ ਜਿਹੜਾ ਬਾਬਾ ਕਬੀਰ ਜੀ ਨੇ ਜ਼ਿਕਰ ਕੀਤਾ ਹੈ, ਉਹ ਇਸੇ ਕਰਕੇ ਆਖਦੇ ਨੇ, ਜਦੋਂ ਹੰਗਤਾ ਨੂੰ ਮੈਂ ਨੂੰ ਬੰਦਾ ਉਸ ਵਿਵੇਕ ਦੇ ਗਿਆਨ ਦੇ ਜਗਦੇ ਹੋਏ ਉਸ ਦੀਵੇ ਵਿੱਚ ਸਾੜੇ, ਜਾਂ ਆਪਣੇ ਅੰਦਰ ਉਸ ਨੂਰਾਨੀ ਜੋਤ ਦੇ ਉਪਦੇਸ਼ ਨੂੰ ਕਮਾ ਕੇ ਸਾੜ ਲੈਂਦਾ ਹੈ ਕਿ ਮੈਂ ਹੁਣ ਆਪਣੀ ਹੰਗਤਾ ਨੂੰ, ਮੈਂ ਨੂੰ ਮਾਰਦਾ, ਵੱਖਰੇਪਨ ਨੂੰ ਖਤਮ ਕਰਦਾ, ਤੇ ਉਸ ਨੂੰ ਉਹ ਅਲਖ ਮਿਲਦਾ ਹੈ। ਇੱਥੇ ਵੀ ਗੁਰੂ ਅਰਜਨ ਸਾਹਿਬ ਜੀ ਦੀ ਵਡਿਆਈ ਕਰਦੇ ਆ। ਭੱਟ ਜੀ ਕਹਿੰਦੇ ਹੈ, ਤੁਸੀਂ ਦੁਨੀਆ ਦੇ ਪਦਾਰਥ, ਦੁਨੀਆ ਦਾ ਮੋਹ, ਉਹ ਅਲਖ ਲੱਭਣ ਵਾਸਤੇ ਸਾਰਾ ਕੁਝ ਛੱਡਿਆ ਤੇ ਭੈ ਤੋਂ ਨਿਰਭਉ ਜੋਤ ਦੇ ਮਾਲਕ ਰੱਬ ਵਿੱਚ ਅਭੇਦ ਹੋ ਗਏ ਹੋ। ਅਗਲੀ ਗੱਲ ਕਰਦੇ ਨੇ, ਅਗਮ ਅਗੋਚਰ ਗਤ ਗੰਭੀਰ ਸਤਿਗੁਰ ਪਰਚਾਇਓ। ਅਗਲਾ ਇਹ ਗੁਣ ਹੋਰ ਬਿਆਨ ਕਰਦੇ ਨੇ, ਆਖਦੇ ਨੇ ਸਤਿਗੁਰ ਪਰਚਾਇਓ। ਸਤਿਗੁਰੂ ਜੀ ਨੇ ਆਪ ਜੀ ਨੂੰ ਪਰਚਾਇਓ ਦਾ ਆਖਰੀ ਅਰਥ ਹੈ ਸਾਂਝ, ਪਰਚੈ, ਸ਼ਬਦ ਦੀ ਸੋਝੀ, ਗਿਆਨ ਦੇ ਕੇ, ਉਪਦੇਸ਼ ਦੇ ਕੇ। ਕਿਉਂਕਿ ਸਾਡਾ ਉਪਦੇਸ਼ ਦਾ ਢੰਗ ਹੈ ਵੀ ਗੁਰੂ ਦਾ ਹੁਕਮ। ਗੁਰੂ ਨਾਨਕ ਦੇ ਦਰਬਾਰ ਵਿੱਚ ਜਿਹੜੀ ਆਗਿਆ ਹੈ ਉਹ ਬਾਣੀ ਰਾਹੀਂ ਹੈ, ਹੁਕਮ ਬਾਣੀ ਰਾਹੀਂ ਹੈ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਨੇ ਆਪ ਜੀ ਨੂੰ ਆਪਣਾ ਉਪਦੇਸ਼ ਦ੍ਰਿੜਾਇਆ। ਉਸ ਉਪਦੇਸ਼ ਨੂੰ ਸਤਿਗੁਰ ਪਰਚਾਇਓ ਕਰਕੇ ਜੁੜ ਕੇ ਮੰਨ ਕੇ ਆਪ ਜੀ ਨੇ ਕੀ ਕੀਤਾ, ਅਗਮ ਤੇ ਅਗੋਚਰ, ਗਤ ਗੰਭੀਰ। ਜਿਹੜਾ ਅਗਮ ਸੀ, ਅਗਮ ਦਾ ਅਰਥ ਹੈ ਜਿਸ ਤੱਕ ਗਮਨ ਨਹੀਂ ਹੋ ਸਕਦਾ, ਸਰੀਰ ਕਰਕੇ ਅਸੀਂ ਚੱਲ ਕੇ ਪਹੁੰਚ ਨਹੀਂ ਸਕਦੇ। ਅਗੋਚਰ ਹੈ ਜਿੱਥੋਂ ਤੱਕ ਗਿਆਨ ਇੰਦਰੇ ਵੀ ਨਹੀਂ ਸਾਡੇ ਪਹੁੰਚਦੇ, ਉਸ ਨੂੰ ਕਹਿੰਦੇ ਨੇ ਅਗੋਚਰ।
ਗਤ ਗੰਭੀਰ ਜਿਸ ਦੀ ਅਵਸਥਾ, ਜਿਸ ਰੱਬ ਦੀ ਹਸਤੀ ਬਹੁਤ ਗੰਭੀਰ ਹੈ, ਇਹ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਆਪ ਜੀ ਨੇ ਉਸ ਨੂੰ ਪ੍ਰਾਪਤ ਕਰ ਲਿਆ। ਇੱਥੇ ਥੋੜਾ ਜਿਹਾ ਧਿਆਨ ਦਿਓ, ਗੁਰੂ ਅਰਜਨ ਸਾਹਿਬ ਜੀ ਦੀ ਉਸਤਤ ਦੇ ਨਾਲ ਰੱਬ ਦੇ ਗੁਣਾਂ ਨੂੰ ਵੀ ਬਿਆਨ ਕੀਤਾ ਜਾ ਰਿਹਾ ਹੈ ਕਿ ਰੱਬ ਵਿੱਚ ਜਿਹੜੇ ਜਿਹੜੇ ਗੁਣ ਨੇ, ਆਪ ਜੀ ਨੇ ਉਹਨਾਂ ਗੁਣਾਂ ਨੂੰ ਸੁਣਿਆ, ਗੁਰੂ ਹੁਕਮ ਵਿੱਚ ਕਮਾਇਆ ਤੇ ਉਸ ਨੂੰ ਪ੍ਰਾਪਤ ਕਰ ਲਿਆ। ਇਸ ਦੇ ਰਾਹੀਂ ਹੁਣ ਸਾਨੂੰ ਜੋ ਹੁਕਮ ਮਿਲਦਾ ਹੈ ਆਪਾਂ ਉਸ ਨੂੰ ਵੀ ਦੇਖੀਏ। ਪੜ੍ਹੀ ਜਾ ਰਹੇ ਆ ਅਗਮ ਅਗੋਚਰ, ਰੱਬ ਬੜਾ ਅਗਮ ਹੈ, ਅਗੋਚਰ ਹੈ। ਤੇ ਮੈਂ ਤੇ ਬਾਬੇ ਨੂੰ ਮੂਰਤੀ ਕਰਕੇ ਆਪਣੇ ਘਰ ਵਿੱਚ ਵਸਾ ਕੇ ਬੈਠਾ ਵੀ ਲੈ ਰੱਬ ਤੇ ਸਾਡੇ ਘਰੇ ਹੈਗਾ। ਜਿਹੜਾ ਸੱਚਮੁੱਚ ਰੱਬ ਕਾਇਨਾਤ ਵਿੱਚ ਵਸਦਾ ਹੈ ਉਸ ਵੱਲ ਧਿਆਨ ਕੋਈ ਨਹੀਂ। ਅੱਜ ਦਾ ਜੋ ਹਾਲ ਹੈ ਨਾ ਸੰਸਾਰ ਦਾ, ਤੇ ਮੈਂ ਸੰਸਾਰ ਦੀ ਗੱਲ ਤੋਂ ਪਹਿਲਾਂ ਮੈਂ ਆਪਣੀ ਗੱਲ ਕਰ ਲਵਾਂ ਵੀ ਅਸੀਂ ਬਾਣੀ ਪੜ੍ਹ ਵੀ ਬੜੀ ਰਹੇ ਹਾਂ ਤੇ ਪੜ੍ਹਾ ਵੀ ਰਹੇ ਹਾਂ। ਸਿਰ ਹਿਲਾ ਕੇ ਅਸੀਂ ਕਹਿੰਦੇ ਹਾਂ ਬੜਾ ਰਸ ਆਇਆ, ਬੜਾ ਆਨੰਦ ਆਇਆ, ਪਰ ਪਿਆਰਿਓ ਰਸ ਜਿੱਥੇ ਪੈ ਜੇ ਨਾ ਉੱਥੇ ਸੁੱਕੀ ਹੋਈ ਜ਼ਿੰਦਗੀ ਹਰੀ ਭਰੀ ਹੁੰਦੀ ਹੈ। ਰੋਜ਼ ਹੀ ਪੜ੍ਹੀ ਜਾਂਦੇ ਆ ਆਪਣਾ ਜਦੋਂ ਸੋਦਰ ਬਾਣੀ ਦਾ ਜਾਪ ਹੁੰਦਾ ਹੈ, ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਤੇ ਜੀਵਨ ਵਿੱਚ ਸੁਕੇਵੇਂ ਦਾ ਸੁਕੇਵਾਂ ਹੀ ਹੈ। ਬਾਣੀ ਤੇ ਰਸਦਾਇਕ ਹੈ, ਬਾਣੀ ਵਿੱਚ ਤੇ ਕੋਈ ਇਸ ਤੇ ਕਿੰਤੂ ਨਹੀਂ। ਬਾਣੀ ਦੇ ਉੱਤੇ ਕੋਈ ਕਿੰਤੂ ਨਹੀਂ ਹੋ ਸਕਦਾ ਕਿ ਬਾਣੀ ਗਿਆਨ ਨਹੀਂ ਦਿੰਦੀ, ਬਾਣੀ ਦੇ ਵਿੱਚੋਂ ਰਸ ਨਹੀਂ ਮਿਲਦਾ। ਜਿਨ੍ਹਾਂ ਨੇ ਬਾਣੀ ਨੂੰ ਸੱਚਮੁੱਚ ਧਿਆਨ ਦੇ ਨਾਲ ਸੁਣਿਆ ਹੈ, ਮੰਨਿਆ ਹੈ, ਉਹਨਾਂ ਦੇ ਸੁਕੇ ਹੋਏ ਜੀਵਨ ਵੀ ਗੁਣਾਂ ਦੀ ਬਰਕਤ ਨਾਲ ਹਰੇ ਭਰੇ ਹੋ ਗਏ ਹੈ। ਔਰ ਇਹ ਪ੍ਰਤੱਖ ਹੈ, ਸਾਡੇ ਸਾਹਮਣੇ ਹੈ ਕਿ ਗੁਰੂ ਅਰਜਨ ਸਾਹਿਬ ਪਿਤਾ ਮਹਾਰਾਜ ਆਪ ਜੀ ਦਾ ਜੀਵਨ ਗੁਰੂ ਦੇ ਗੁਣਾਂ ਦੀ ਬਰਕਤ ਨਾਲ ਹੀ ਇਸ ਅਵਸਥਾ ਦਾ ਮਾਲਕ ਹੈ। ਨਹੀਂ ਤੇ ਦੇਖੋ ਇੱਕੋ ਮਾਂ ਦੀ ਕੁੱਖ ਤੋਂ ਜਨਮ ਹੋਇਆ, ਉੱਥੇ ਹੀ ਬਾਬਾ ਪ੍ਰਿਥੀ ਚੰਦ ਹੈ ਤੇ ਉੱਥੇ ਹੀ ਬਾਬਾ ਮਹਾਦੇਵ ਹੈ ਤੇ ਉੱਥੇ ਹੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਹੈ। ਅਸਲ ਦੇ ਵਿੱਚ ਗੁਣਾਂ ਦੇ ਕਰਕੇ ਹੈ। ਗੁਣ ਕੇ ਗੁਣੀ ਸਮਾਵਣੇ ਅਵਸਥਾ ਬਣਦੀ ਹੈ। ਗੁਣ ਗਾਇਨ ਕਰੀਏ, ਆਪਾਂ ਸਿਫਤੋ ਸਲਾਹ ਕਰੀਏ ਔਰ ਰੋਜ਼ ਬਾਣੀ ਪੜ੍ਹਦੇ ਹਾਂ। ਗੁਣ ਗਾਵਤ ਤੇਰੀ ਉਤਰਸ ਮੈਲ, ਬਿਨਸ ਜਾਏ ਹੋ ਮੈਂ ਬਿਕ ਫੈਲ। ਹੁਣ ਬਚਨ ਤੇ ਧੰਨ ਗੁਰੂ ਅਰਜੁਨ ਸਾਹਿਬ ਪਿਤਾ ਮਹਾਰਾਜ ਦੀ ਉਸਤਤ ਵਿੱਚ ਹਨ, ਪਰ ਸਿੱਖਿਆ ਤੇ ਸਾਨੂੰ ਵੀ ਹੈ ਨਾ ਵੀ ਇਹ ਗੁਣ ਗਾਇਨ ਕਰਨ ਦੀ ਸਾਨੂੰ ਅੱਜ ਲੋੜ ਹੈ। ਨਿਰਾਪੁਰਾ ਸਿਜਦਾ ਕਰਨਾ, ਨਿਰਾਪੁਰਾ ਪਰਿਕਰਮਾ ਕਰਨੀ, ਰੁਮਾਲਾ ਸਾਹਿਬ ਚੜਾਉਣਾ, ਇਸ ਨੂੰ ਮਤਾ ਸਮਝ ਲੈਣਾ ਵੀ ਅਸੀਂ ਗੁਰੂ ਦੀ ਖੁਸ਼ੀ ਪਾ ਸਕਦੇ ਹਾਂ। ਗੁਰੂ ਦੀ ਖੁਸ਼ੀ ਵਾਸਤੇ ਆਪਣੇ ਆਪੇ ਨੂੰ, ਮਤ ਨੂੰ, ਸੋਚ ਖਿਆਲ ਵਿਚਾਰ ਸਭ ਕੁਝ ਆਪਣੇ ਗੁਰੂ ਦੇ ਸਪੁਰਦ ਕਰਨਾ ਪਏਗਾ। ਔਰ ਜਦੋਂ ਅਸੀਂ ਆਪਣਾ ਇਹ ਸਾਰਾ ਸਿਸਟਮ, ਆਪਣੀ ਵਿਚਾਰਧਾਰਾ ਨੂੰ ਛੱਡ ਕੇ ਆਪਣੇ ਗੁਰੂ ਕੋਲ ਤੇ ਗੁਰੂ ਪਾਸੋਂ ਮੰਗ ਕਰਾਂਗੇ, ਪਾਤਸ਼ਾਹ ਸਾ ਮਤ ਦੇਹੋ ਦਿਆਲ ਪ੍ਰਭ, ਜਿਤ ਤੁਮੈ ਅਰਾਧਾਂ, ਨਾਨਕ ਮੰਗੈ ਦਾਨ ਪ੍ਰਭ, ਰੇਨ ਪਗ ਸਾਧਾ। ਤੇ ਸੱਚ ਜਾਣਿਓ ਉਹ ਮਤ ਗੁਰੂ ਨੇ ਦੇਣੀ ਹੈ। ਫਿਰ ਇਹ ਗੁਣ ਗਾਇਨ ਕਰਨ ਦਾ ਵੱਲ, ਢੰਗ, ਤਰੀਕਾ ਤੇ ਅੰਦਰ ਪਿਆਰ ਪੈਦਾ ਹੋਵੇਗਾ। ਅੱਜ ਤੇ ਪਿਆਰ ਸਾਡਾ ਕੇਵਲ ਜ਼ਰੂਰਤ ਤੱਕ ਹੈ, ਗੁਰੂ ਨਾਲ ਵੀ ਸਾਡੀ ਪ੍ਰੀਤ ਇਤਨੀ ਹੈ ਵੀ ਮੈਨੂੰ ਦਰਦ ਹੈ, ਦੁੱਖ ਹੈ, ਪਰੇਸ਼ਾਨੀ ਹੈ, ਕੋਈ ਦੁੱਖ ਨਜ਼ਰ ਆਇਆ ਸੁਖਮਨੀ ਸਾਹਿਬ ਪੜ੍ਹਾ ਲਓ, ਹੋਰ ਜ਼ਿਆਦਾ ਹੈ ਤੇ ਚਲੋ ਅਖੰਡ ਪਾਠ ਸਾਹਿਬ ਕਰਾ ਲਓ। ਅੰਮ੍ਰਿਤ ਵਰਖਾ ਹੁੰਦੀ ਹੈ ਤੇ ਅਸੀਂ ਫੇਰ ਸੁੱਕੇ ਰਹਿ ਜਾਂਦੇ ਹਾਂ। ਕਾਰਨ ਹੈ ਉਸ ਵਰਖਾ ਵਿੱਚ ਜਾ ਕੇ ਚੁੱਭੀ ਲਾਉਣ ਦਾ, ਉੱਥੇ ਭੇਜਣ ਦਾ, ਉਸ ਰਸ ਨੂੰ ਸਾਂਭਣ ਦਾ ਸਾਨੂੰ ਢੰਗ ਨਹੀਂ ਆਉਂਦਾ। ਨਹੀਂ ਤੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਘਰ ਵਿੱਚ ਬਾਬਾ ਪ੍ਰਿਥੀ ਚੰਦ ਉਸ ਅੰਮ੍ਰਿਤ ਵਰਖਾ ਦੇ ਗੁਰੂ ਅਰਜਨ ਸਾਹਿਬ ਮਹਾਰਾਜ ਤੋਂ ਪਹਿਲਾਂ ਦੇ ਹੱਕਦਾਰ ਬਣ ਕੇ ਬੈਠੇ ਹੋਏ ਨੇ, ਕਿਉਂਕਿ ਉਮਰ ਵਿੱਚ ਵਡੇਰੇ ਹੈ। ਗੁਰੂ ਅਰਜਨ ਸਾਹਿਬ ਦੇ ਬਾਅਦ ਵਿੱਚ ਆਏ ਨੇ। ਉਹੀਓ ਪਿਤਾ ਹੈ, ਉਹੀਓ ਨਾਨਾ ਜੀ ਨੇ, ਉਹੀਓ ਮਾਤਾ ਜੀ ਨੇ ਪਹਿਲਾਂ ਆਏ ਹੈ ਔਰ ਉੱਥੇ ਹੀ ਰਹੇ ਨੇ। ਲੇਕਿਨ ਗੱਲ ਸੀ ਕਿ ਢੰਗ ਨਹੀਂ ਆਇਆ, ਅਹੰਕਾਰ ਉੱਥੇ ਰਹਿ ਗਿਆ।
ਟਿੱਬਾ ਸੀ ਜੀਵਨ ਅੰਦਰ। ਧੰਨ ਗੁਰੂ ਅਰਜਨ ਸਾਹਿਬ ਜੀ ਵਿੱਚ ਨਿਮਰਤਾ ਹੈ, ਜਿਸ ਕਰਕੇ ਅੱਜ ਇਹ ਸ਼ੋਭਾ ਹੁੰਦੀ ਪਈ ਹੈ। ਔਰ ਖਾਲੀ ਬਾਬੇ ਪ੍ਰਿਥੀ ਚੰਦ ਦੀ ਗੱਲ ਨਹੀਂ ਕਰ ਰਿਹਾ। ਭੱਟ ਸਾਹਿਬਾਨ ਨੇ ਜਦੋਂ ਉਸਤਤ ਸ਼ੁਰੂ ਕੀਤੀ ਸੀ ਨਾ ਗੁਰੂਆਂ ਦੀ ਆ ਕੇ, ਤੇ ਇਹਨਾਂ ਨੇ ਇੱਕ ਬਚਨ ਹੋਰ ਬੜਾ ਪਿਆਰਾ ਕਿਹਾ ਸੀ। ਕਹਿੰਦੇ ਨੇ ਆ ਗੁਰੂ ਅਰਜਨ ਸਾਹਿਬ ਜੀ, ਅਸੀਂ ਆਪ ਜੀ ਦੇ ਦਰਬਾਰ ਵਿੱਚ ਆਏ ਹਾਂ ਸ਼ੋਭਾ ਸੁਣ ਕੇ। ਨਿਰੀ ਆਪ ਜੀ ਦੀ ਸ਼ੋਭਾ ਨਹੀਂ ਸੁਣੀ, ਅਸੀਂ ਹੋਰ ਵੀ ਇਸ ਦੇਸ਼ ਅੰਦਰ ਹਿੰਦੁਸਤਾਨ ਦੀ ਸਰਜਮੀਂ ਦੇ ਉੱਤੇ ਅਸੀਂ ਬਹੁਤ 1 ਸਾਲ ਹੋ ਗਿਆ ਸਾਨੂੰ ਲੱਭਦੇ ਹਾਂ ਕਿ ਕਿਤੇ ਅੰਮ੍ਰਿਤ ਵਰਖਾ ਦੀ ਬੂੰਦ ਕਿਣੀ ਮਾਤਰ ਸਾਨੂੰ ਲੱਭ ਜੇ ਤੇ ਅਸੀਂ ਆਪਣੇ ਜੀਵਨ ਨੂੰ ਚੰਗਾ ਜਾਣ ਕੇ ਉੱਥੇ ਟਿਕ ਸਕੀਏ, ਆਪਣੇ ਜੀਵਨ ਨੂੰ ਸਫਲ ਕਰ ਸਕੀਏ। ਪਰ ਸਾਨੂੰ ਕਿਤੇ ਕੋਈ ਨਹੀਂ ਲੱਭਿਆ। ਧਾਰਮਿਕ ਲੋਕ ਬੜੇ ਸਨ, ਬੜੇ ਡੇਰੇਦਾਰ ਸਨ, ਬੜੇ ਆਗੂ ਸਨ, ਬੜੇ ਗੁਰੂ ਪੀਰ ਬਣੇ ਹੋਏ ਸਨ। ਤੇ ਉਹਨਾਂ ਨੇ ਜ਼ਿਕਰ ਕੀਤਾ, ਉਹਨਾਂ ਨੇ ਗੁਰੂਆਂ ਦੀ ਵਡਿਆਈ ਤੋਂ ਪਹਿਲਾਂ ਇਹ ਸਪਸ਼ਟ ਕਰ ਦਿੱਤਾ, ਰਹੇ ਸੰਤ ਹੋ ਟੋਲ ਸਾਧ ਬਹੁ ਤੇਰੇ ਡਿਠੇ, ਸੰਨਿਆਸੀ ਤਪਸੀਏ ਮੁਖੋਂ ਇਹ ਪੰਡਿਤ ਮਿੱਠੇ, ਪਰਸ ਏਕ ਹੋ ਫਿਰਿਓ ਕਿਨੇ ਨਾ ਪਰਚੋ ਲਾਇਓ, कहते या कहती सुनी रहत को खुशी ना आयो, हर नाम छोड़ दूजे लगे, तिनके गुण हो क्या कहो, गुरदई मिलायो पेखे या जिव तू रखें तिव रहो। स्पष्ट कर दिता कि ए गुरुदेव पिता, असी सालां बधी विचर के वेख लिया है, पर सानू कोई भी ऐसा नजर नहीं आया जिस दे नजदीक, जिस दे कोल बैठ के साडे मन नू, साडे जीवन नू किते टिकाना या सहज दी प्राप्ति होंदी। हुण तवज्जो दिओ, असी जिस बापू कोल, जिस गुरु कोल बैठे हैं, रब करे तुहाडे विच भी ओ रूहां होण ਜਿਹੜੀਆਂ ਭੱਟ ਸਾਹਿਬਾਨ ਵਰਗੀ ਨਜ਼ਰ ਦੀਆਂ ਮਾਲਕ ਨੇ, ਜਿਨ੍ਹਾਂ ਨੂੰ ਸੱਚ ਤੇ ਝੂਠ ਦਾ ਨਿਬੇੜਾ ਕਰਨਾ ਆਂਦਾ ਹੋਵੇ, ਉਹ ਰੂਹਾਂ ਮਾਲਕ ਦੀ ਬਰਕਤ ਨਾਲ ਬੈਠੀਆਂ ਹੋਣ, ਯਾਰ ਦੂਰ ਦੁਰਾਡੇ ਬੈਠ ਕੇ ਸਰਵਣ ਕਰਦੇ ਹੋਣ, ਜਿਨ੍ਹਾਂ ਨੂੰ ਪਰਖ ਆ ਗਈ, ਜਿਨ੍ਹਾਂ ਨੂੰ ਵਿਵੇਕ ਮਤ ਪ੍ਰਾਪਤ ਹੋਈ ਹੈ। ਲੇਕਿਨ ਬਹੁਤਾਤ ਉਹ ਹੈ ਜਿਨ੍ਹਾਂ ਨੇ ਧਰਮ ਕਰਮ ਮੰਨਿਆ ਵੀ ਅਸੀਂ ਮੱਥਾ ਟੇਕਣਾ, ਅਸੀਂ ਅਰਦਾਸ ਕਰਾਉਣੀ ਹੈ ਜਾਂ ਕਰ ਲੈਣੀ ਹੈ, ਤੇ ਅਸੀਂ ਖੁਸ਼ ਹੋਣਾ ਵੀ ਗੁਰਦੁਆਰਾ ਸਾਹਿਬ ਗਏ ਹਾਂ। ਗੁਰੂ ਪਿਆਰਿਓ, ਦੇਖੋ ਬਹੁਤ ਵਾਰ ਆਪ ਜੀ ਸਰਵਣ ਕਰਦੇ ਹੋ, ਗੁਰਮਤ ਗੁਰੂ ਦਾ ਸਿਧਾਂਤ ਸੰਸਾਰ ਭਰ ਦੇ ਵਿੱਚ ਬੜਾ ਪਿਆਰਾ, ਨਿਵੇਕਲਾ ਤੇ ਨਵੇਂ ਵਕਤ ਦਾ ਗਿਆਨ ਹੈ ਤੇ ਧਰਮ ਹੈ। ਇਸ ਦੇ ਅੰਦਰ ਇਨਸਾਨੀਅਤ ਨੂੰ ਗੁਣਾਂ ਦੇ ਨਾਲ ਬਾਪੂ ਨੇ ਵਡਿਆਇਆ ਹੈ। ਜਿਸ ਬੰਦੇ ਕੋਲ ਗੁਣ ਨੇ ਉਹ ਧਰਮੀ ਹੈ, ਜਿਸ ਬੰਦੇ ਕੋਲ ਕਰਮ ਚੰਗਾ ਹੈ ਉਹ ਸੱਚਮੁੱਚ ਧਰਮੀ ਹੈ, ਕਿਉਂਕਿ ਉਹ ਗੁਣ ਕਹਿ ਕੇ ਆਪਣੇ ਜੀਵਨ ਵਿੱਚ ਕਮਾਉਂਦਾ ਹੈ। ਔਰ ਗੁਰੂ ਨੇ ਕਿਧਰੇ ਨਹੀਂ ਕਿਹਾ ਕਿ ਤੇਰੀ ਰਹਿਤ ਕੁਛ ਹੋਵੇ ਤੇ ਤੂੰ ਪੜਦਾ ਕੁਛ ਹੋਵੇ। ਆਪਾਂ ਰੋਜ਼ ਪੜਦੇ ਹਾਂ, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਸੋ ਸਾਰੀ ਦੀ ਸਾਰੀ ਬਰਕਤ, ਸਾਰੀ ਬਣਤਰ ਅਸਲ ਵਿੱਚ ਗੁਰੂ ਰਾਹੀਂ ਦਰਸਾਏ ਸੱਚੇ ਪੈਗਾਮ ਨੂੰ ਕਮਾਉਣ ਦੇ ਸਿਰ ਤੇ ਹੈ। ਹੁਣ ਅੱਜ ਗੁਰੂ ਅਰਜਨ ਸਾਹਿਬ ਦੀ ਵਡਿਆਈ ਵਿੱਚ ਭੱਟ ਜੀ ਕਹਿੰਦੇ ਨੇ, ਤੁਸੀਂ ਅਗਮ ਅਗੋਚਰ, ਉਸ ਗੰਭੀਰ ਜਿਸ ਨੂੰ ਲੱਭਣਾ ਬੜਾ ਮੁਸ਼ਕਲ ਹੈ, ਜਿਹੜਾ ਅਲੱਖ ਹੈ, ਉਸ ਨੂੰ ਪ੍ਰਾਪਤ ਕੀਤਾ। ਪਰ ਪ੍ਰਾਪਤ ਕਿਵੇਂ ਕੀਤਾ? ਸਤਿਗੁਰ ਪਰਚਾਇਓ। ਸਾਧ ਸੰਗਤ ਜੀ, ਅੱਜ ਤੇ ਸਾਡੇ ਕੋਲ 1430 ਅੰਕ ਦਾ ਭਰਪੂਰ ਮੁਕੰਮਲ ਖਜ਼ਾਨਾ ਹੈ। ਇਤਨਾ ਵੱਡਾ ਵਿਸ਼ਾਲ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗਿਆਨ ਹੈ ਨਾ ਨਿਰਾ। ਅਧਿਆਤਮਕਤਾ ਦੇ ਵਾਸਤੇ ਇਤਨੇ ਗੁਣ ਇਸ ਬਾਣੀ ਵਿੱਚ ਰੱਖੇ ਹੋਏ ਨੇ ਮਾਲਕ ਨੇ। ਤੇ ਹਜ਼ੂਰ ਦੀ ਬਾਣੀ ਰੋਜ਼ ਸੁਖਮਨੀ ਸਾਹਿਬ ਪੜ੍ਹਦੇ ਆ ਗੁਰੂ, ਤੇ ਇੱਥੋਂ ਤੱਕ ਕਹਿੰਦੇ, ਕਿਣਕਾ ਏਕ ਜਿਸ ਜੀ ਵਸਾਵੈ, ਤਾਂ ਕੀ ਮਹਿਮਾ ਗਨੀ ਨਾ ਆਵੈ। ਕਿਣਕਾ ਮਾਤਰ ਵੀ ਕਿਤੇ ਅੰਦਰ ਟਿਕ ਜਾਏ, ਇਸ ਦਾ ਮਤਲਬ ਬਿਲਕੁਲ ਸਪਸ਼ਟ ਹੈ। ਮੈਂ ਪੜ੍ਹੀ ਤੇ ਜਾ ਰਿਹਾ, ਪਰ ਵਸਾਉਣ ਦੀ ਵਾਰੀ, ਵਸਾਉਣ ਦਾ ਮਤਲਬ ਹੈ ਆਪਣੀ ਜ਼ਿੰਦਗੀ ਨੂੰ ਉਸ ਦੇ
ਹੁਕਮ ਦੇ ਵਿੱਚ ਜੋੜ ਕੇ ਨਿਰਮਲ ਕਰਨਾ ਚਾਹੀਦਾ ਹੈ। ਮੈਂ ਦੋ ਸ਼ਬਦ ਆਪ ਦੇ ਸਨਮੁਖ ਰੱਖ ਦੇਣਾ, ਬਾਬਾ ਕਬੀਰ ਸਾਹਿਬ ਜੀ ਦਾ ਤੇ ਦੂਸਰਾ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਦਾ ਹੈ। ਭਗਤ ਕਬੀਰ ਸਾਹਿਬ ਨੇ ਇੱਕ ਗੱਲ ਕੀਤੀ ਹੈ, ਕਿਆ ਪੜ੍ਹੀ ਹੈ ਕਿਆ ਗੁਨੀ ਹੈ, ਕਿਆ ਵੇਦ ਪੁਰਾਨਾ ਸੁਣੀ ਹੈ, ਪੜ੍ਹੇ ਸੁਨੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਹਰ ਕਾ ਨਾਮ ਨ ਜਪਸ ਗਵਾਰਾ, ਕਿਆ ਸੋਚੈ ਬਾਰੰਬਾਰਾ। ਅੰਧਿਆਰੇ ਦੀਪਕ ਚਈਐ, ਇੱਕ ਬਸਤ ਅਗੋਚਰ ਲਈਐ। ਬਸਤ ਅਗੋਚਰ ਪਾਈ, ਘਟ ਦੀਪਕ ਰਹਾ ਸਮਾਈ। ਕਹਿ ਕਬੀਰ ਅਬ ਜਾਣਿਆ, ਜਬ ਜਾਣਿਆ ਤੋ ਮਨ ਮਾਨਿਆ। ਮਨ ਮਾਨੇ ਲੋਗ ਨਾ ਪਤੀਜੈ, ਨਾ ਪਤੀਜੈ ਤੋ ਕਿਆ ਕੀਜੈ। ਇਸ ਸ਼ਬਦ ਵਿੱਚ ਭਗਤ ਜੀ ਨੇ ਬਿਲਕੁਲ ਸਪਸ਼ਟ ਸਮਝਾ ਦਿੱਤਾ ਹੈ ਕਿ ਕੀ ਹੋਇਆ ਜੇ ਤੂੰ ਪੜ੍ਹੀ ਜਾਣਾ, ਕੀ ਹੋਇਆ ਜੇ ਤੂੰ ਵਿਚਾਰੀ ਵੀ ਜਾਣਾ, ਜੇ ਤੇਰੇ ਅੰਦਰ ਨੂੰ ਗੁਣਾ ਦੀ ਬਰਕਤ ਨਾਲ ਜ਼ਿੰਦਗੀ ਨੂੰ ਸਵਾਰ ਕੇ ਜਿਉਣ ਕਰਕੇ ਸਹਿਜ ਨਾ ਪ੍ਰਾਪਤ ਹੋਇਆ। ਅਸੀਂ ਪੜਨ ਨੂੰ ਕਰਮ ਧਰਮ ਬਣ ਕੇ ਬੈਠ ਗਏ ਹਾਂ। ਪੜਨਾ ਇੱਕ ਪੌੜੀ ਹੈ, ਪੜਨਾ ਇੱਕ ਪੌੜੀ ਹੈ, ਇੱਕ ਪੌੜੀ ਚੜ ਗਏ ਆ। ਅਗਰ ਇਸ ਨੂੰ ਸੁਣ ਕੇ ਸਮਝ ਲਿਆ, ਪੜ ਕੇ ਵਿਚਾਰ ਕੇ ਜਾਣ ਲਿਆ, ਫਿਰ ਅਖੀਰਲੀ ਪੌੜੀ ਹੈ, ਇਸ ਨੂੰ ਆਪਣੀ ਜ਼ਿੰਦਗੀ 'ਚ ਧਾਰਨ ਕਰ ਲਈਏ। ਨਹੀਂ ਤੇ ਬਾਪੂ ਨਾਨਕ ਜੀ ਦੇ ਬਚਨ ਆਪਾਂ ਜਗਤ ਗੁਰੂ ਦੇ ਰੋਜ਼ ਪੜਦੇ ਆ। ਹੁਣੇ ਆਸਾ ਕੀ ਵਾਰ ਵਿੱਚ ਰਾਗੀਆਂ ਨੇ ਸ਼ਰਵਣ ਕਰਾਏ ਨੇ, ਪੜ ਪੜ ਗੱਡੀ ਲੱਦੀਆਂ, ਪੜ ਪੜ ਭਰੀਆਂ ਸਾਥ। ਮੈਂ ਇਸ ਲਈ ਬੇਨਤੀ ਕਰ ਰਿਹਾ ਵੀ ਭੱਟ ਜੀ ਨੇ ਤੇ ਉਸਤਤ ਗਾ ਲਈ, ਵਿਚਾਰ ਵੀ ਲੜੀਵਾਰ ਚਲਦੀ ਪਈ ਹੈ। ਰੋਜ਼ਾਨਾ ਵੱਖ ਵੱਖ ਕੌਮ ਦੇ ਸਿਰਮੌਰ ਵਿਦਵਾਨ ਆਪ ਨੂੰ ਇਹ ਸਰਵਣ ਵੀ ਕਰਾਉਂਦੇ ਨੇ ਆ ਕੇ। ਮੈਂ ਤੇ ਕੇਵਲ ਅਖਰੀ ਅਰਥ ਕਰ ਰਿਹਾ ਨਾ, ਬੜੀ ਖੋਜ ਬੜੀ ਗਹਿਰਾਈ ਦੀਆਂ ਗੱਲਾਂ ਸਾਹਮਣੇ ਰੱਖਦੀਆਂ ਜਾਂਦੀਆਂ। ਪਰ ਦੇਖੋ ਭੱਟ ਸਾਹਿਬਾਨ ਨੇ ਗਾ ਲਿਆ ਤੇ ਅਸੀਂ ਸੁਣ ਕੇ ਕੀ ਕਮਾਇਆ। ਜੇ ਉਹ ਸਾਨੂੰ ਵਿਚਾਰਨ ਨੂੰ ਕਹਿ ਰਹੇ ਨੇ ਤੇ ਵਿਚਾਰਨ ਤੋਂ ਬਾਅਦ ਇਸ ਨੂੰ ਅੰਦਰ ਧਾਰਨ ਵੀ ਤੇ ਕਰੀਏ ਨਾ। ਮੈਂ ਵੀ ਆਖਾਂ ਤੂੰ ਆਗਾ ਮੈਂ ਬਾਬਾ, ਤੂੰ ਨਿਰਭਉ ਵੀ ਹੈ, ਤੂੰ ਨਿਰਵੈਰ ਹੈ, ਤੇ ਮੈਂ ਵੀ ਜਪ ਜਪ ਕੇ ਜੈਸਾ ਸੇਵੈ ਤੈਸੋ ਹੋਏ ਹੋਣਾ ਚਾਹੀਦਾ। ਮੇਰਾ ਡਰ ਤੇ ਮਿਟਦਾ ਹੀ ਕੋਈ ਨਹੀਂ, ਮੇਰਾ ਭੈ ਨਹੀਂ ਮਿਟਿਆ, ਮੇਰੇ ਅੰਦਰੋਂ ਵੈਰ ਨਹੀਂ ਮਿਟ ਪਾ ਰਿਹਾ। ਤੇ ਹਾਲਤ ਉਹ ਬਣ ਗਈ ਜਿਹੜੀ ਜਗਤ ਗੁਰੂ ਬਾਬਾ ਨਾਨਕ ਜੀ ਦੇ ਸਾਹਮਣੇ ਦੇਖਿਆ ਵੀ ਗੱਡੇ ਲੱਦੀ ਫਿਰਦਾ ਗ੍ਰੰਥਾਂ ਦੇ। ਤੇ ਬਾਬਾ ਜੀ ਕਹਿੰਦੇ ਵੀ ਇਹ ਕੀ ਹੈ? ਕਹਿੰਦਾ ਮੇਰੀ ਕਾਬਲੀਅਤ ਹੈ। ਕੀ ਕਾਬਲੀਅਤ? ਏਡੇ ਗ੍ਰੰਥ ਚੁੱਕੇ ਹੋਏ ਨੇ। ਕਹਿੰਦਾ ਮੈਂ ਇੱਕ ਸ਼ਰਤ ਰੱਖਦਾ, ਜਿਸ ਬੰਦੇ ਨਾਲ ਵਿਚਾਰ ਗੋਸ਼ਟ ਹੋਵੇਗੀ, ਅਗਰ ਮੈਂ ਜਿੱਤਦਾ ਤੇ ਉਸਦੇ ਗ੍ਰੰਥ ਮੇਰੇ, ਜੇ ਮੈਂ ਹਾਰ ਗਿਆ ਤੇ ਸਾਰੇ ਗ੍ਰੰਥ ਮੇਰੇ, ਉਹ ਲੈ ਲਏਗਾ। ਹਜ਼ੂਰ ਹੱਸ ਕੇ ਕਹਿੰਦੇ ਕਮਾਲ ਹੈ, ਇਤਨੇ ਗ੍ਰੰਥ ਪੜ੍ਹੇ ਆ? ਕਹਿੰਦਾ ਪੜ੍ਹੇ ਨਹੀਂ, ਇਹ ਜਿੱਤੇ ਹੋਏ ਨੇ। ਮੇਰੀ ਕਾਬਲੀਅਤ ਹੈ ਵੀ ਮੈਂ ਅੱਜ ਤੱਕ ਹਾਰਿਆ ਕੋਈ ਨਹੀਂ। ਸਤਿਗੁਰਾਂ ਨੇ ਇੱਕ ਬਚਨ ਕਿਹਾ ਸੀ ਵੀ ਪੜ ਪੜ ਗੱਡੀ ਲੱਦੀਆਂ, ਪੜ ਪੜ ਭਰੀਆਂ ਸਾਥ, ਪੜ ਪੜ ਬੇੜੀ ਪਾਈਆਂ, ਪੜ ਪੜ ਗੱਡੀਆਂ ਖਾਤ। ਪੜੀਆਂ ਜੇਤੇ ਬਰਸ ਬਰਸ, ਪੜੀਆਂ ਜੇਤੇ ਮਾਸ, ਪੜੀਏ ਜੇਤੀ ਆਰਜ਼ਾ, ਪੜੀਏ ਜੇਤੇ ਸਾਸ। ਨਾਨਕ ਲਿਖੈ ਇੱਕ ਗੱਲ, ਹੋਰ ਹੋਮੈ ਚਖਣਾ ਚਾਖ। ਲਿਖ ਲਿਖ ਪੜਿਆ ਤੇ ਤਾ ਕੜਿਆ, ਬਹੁ ਤੀਰਥ ਭਵਿਆ ਤੇ ਤੋ ਲਵਿਆ, ਬਹੁ ਭੇਖ ਕੀਆ। ਦੇਹੀ ਦੁਖ ਦੀਆ, ਸੋਵੇ ਜੀਆ ਆਪਣਾ ਕੀਆ। ਅੰਨ ਨਾ ਖਾਇਆ, ਸਾਧ ਗਵਾਇਆ, ਬਹੁ ਦੁਖ ਪਾਇਆ, ਦੂਜਾ ਭਾਇਆ। ਵਸਤਰ ਨਾ ਪਹਿਰੇ, ਐਨਿਸ ਕਹਿਰੇ, ਮੋਨ ਵਿਗੂਤਾ। ਕਿਉਂ ਜਾਗੈ ਗੁਰ ਬਿਨ ਸੂਤਾ। ਗੱਲ ਤੇ ਇੱਥੇ ਸਮਝਾਉਣੀ ਸੀ ਬਾਪੂ ਜੀ ਨੇ। ਹਜ਼ੂਰ ਨੇ ਗੱਲ ਇਹ ਸਮਝਾਉਣੀ ਸੀ ਵੀ ਬੰਦੇ ਅਸਲ ਵਿੱਚ ਤੂੰ ਗੁਰੂ ਦੇ ਹੁਕਮ ਦੇ ਵਿੱਚ ਆਪਣੇ ਆਪ ਨੂੰ ਪਰੋਣਾ ਸੀ। ਜੋ ਤੂੰ ਪੜ੍ਹਦਾ ਹੈ, ਜੋ ਤੂੰ ਸੁਣਦਾ ਹੈ, ਉਸ ਨੂੰ ਜੀਵਨ 'ਚ ਧਾਰ ਲੈ। ਗੁਰੂ ਅਰਜਨ ਸਾਹਿਬ ਜੀ ਨੇ ਸੁਣਿਆ, ਗੁਰੂ ਅਰਜਨ ਸਾਹਿਬ ਜੀ ਨੇ ਕਮਾਇਆ, ਤੇ ਗੁਰੂ ਅਰਜਨ ਸਾਹਿਬ ਜੀ ਦੇ ਵਿੱਚ ਉਹ ਤੱਤ, ਉਹ ਗੁਣ, ਉਹ ਪੂਰਨਤਾ ਆ ਗਈ, ਜਿਸ ਕਰਕੇ ਗੁਰਤਾ ਗੱਦੀ ਦੇ ਮਾਲਕ ਬਣੇ, ਗੁਣਾ ਕਰਕੇ ਬਣੇ। ਉਸ ਵਿੱਚ ਅਭੇਦਤਾ ਮਾਲਕ ਦੇ ਵਿੱਚ ਕੀਤੀ ਗਈ ਤੇ ਉਸ ਨੂੰ ਇੱਥੇ ਬਿਆਨ ਕੀਤਾ ਜਾ ਰਿਹਾ ਹੈ। ਅਗਮ ਅਗੋਚਰ ਗਤ ਗੰਭੀਰ, ਸਤ ਗੁਰ ਪਰਚਾਇਓ। ਗੱਲ ਗੁਰੂ ਦੇ ਗਿਆਨ ਦੇ ਰਾਹੀਂ ਹੈ, ਗੁਰੂ ਦੇ ਪਰਚੇ ਨਾਲ ਹੈ, ਗੁਰੂ ਦੇ ਹੁਕਮ ਉਪਦੇਸ਼ ਦੇ ਨਾਲ ਹੈ। ਧੰਨ ਗੁਰੂ ਅਰਜਨ ਸਾਹਿਬ ਨੇ ਵੀ ਜ਼ਿਕਰ ਕੀਤਾ ਹੈ, ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭੁਵੰਗਮ ਸਾਧੇ। ਪੰਜ ਜਨਾ ਸਿਓ ਸੰਗ ਨਾ ਛੁਟਕਿਓ, ਅਧਿਕ ਅਹੰਗ ਬੁੱਧ ਬਾਦੇ ਪਿਆਰੇ। ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ।
हार परयो स्वामी के द्वारे। ते अगली गल नूं समझना, दीजै बुद्ध विवेका। अपने गुरु अगे आके निभना जिस दिन आ गया, उस तो विवेक बुद्ध प्राप्त हो गई। बुद्ध का भाव ज्ञान मिल गया, गुरु का हुक्म समझ आ गया। ते गुरु प्यार वालिओ, दीजै बुद्ध विवेका, वो बरकत मेरे मालिक ने दे दी। वो ढंग, वो रस्ता, वो तरीका मेरे दाते ने दृढ़ा दिता, जिस दे राही जीवन नूं सवारिया जांदा है। इस करके गुरु अर्जन साहब पिता की शोभा विच बचन ने अगे कहते ने, गुर परचै परवान, राज में जोग कमायो। गुर परचै परवान, क्योंकि परचै परचो पहला भी आया है तो परचा इत्थे भी है। गुरु दे परचे दा अर्थ है उपदेश राही। परवान तुसी कबूल हो गए, गुरु दा हुक्म कमाया ते कबूल पै गए। भाव आप जी गुरु दे दर्जे नूं, रुतबे नूं, वडियाई नूं प्राप्त कीता है। गुर परचै परवान, राज में जोग कमायो, ते संसार दे विच राज विच जोग आपने कमाया। भाव संसार विच, गृहस्थ विच, इस सारे संसार दे अंदर आप जी ने जोग माणिया विच विचरदियां होइयां। राजा की है, राजे कोल अपना राज है, अपना सिस्टम है। पर ए गुरु अर्जन साहब जी महाराज जीओ, आप जी का ते राज भी ऐसा अबचल राज है, ऐसा अमर अटल राज है। इन्हां राजियां दे राज ते एक हद हदूद तक ने। आप जी का जिहड़ा राज है वह हद बंदिशां तो भी बाहर है। राजे का राज किसी पर्टिकुलर एक एरिए विच, एक इलाके विच हो सकता है, एक दायरा है, एक सीमा है। पर धन गुरु अर्जन साहब पातशाह या धन गुरु नानक साहब महाराज, क्योंकि जोत ही है और जोत का ही राज है। आप जी का राज ते चौहां कुंटां दे विच है। आप दी शोभा सारे जहान दे अंदर होई, क्योंकि तुसी सच्चे मालिक दे विच अभेद होए। जिस मालिक बारे बाणी धन गुरु कलगीधर पातशाह कहते ना, राजान राज, भानान भान, देवान देव, उपमा महान, इंद्रान इंद्र, बालान बाल, रंकान रंक, कालान काल। ये सारे गुण परमेश्वर दे ने, ते ये सारे गुण आप जी विच मौजूद ने। तुसी राजियां दे राजे हो, तुसी जोगियां विच जोगी भी हो, तुसी सूरजां विच सूरज हो। ते साध संगत जी मालिक ने यह भी कह दिता, रंकान रंक। रब जी जेड़े ने वो गरीबां विच भी बैठे हुए ने, हर रूप विच तुसी हो। पर वो नजर जिहड़ी है वो सब कुछ निहारन दी, देखण दी। एक गुर परचै परवान, एक गुरु दे ज्ञान राही परवान चढ़ना है। ये हर किसी कोल नहीं है, हो सकती है। ये नजर चंगे मंदे नूं परखण दी, अच्छे बुरे कर्म नूं जानण दी हो सकती है, बशर्ते गुरु दे विच अभेद होना पैंदा है। बाणी नूं पढ़ के बाणी दे नाल जुड़ना पैंदा है। ते जिहड़ा हुक्म है गुरबाणी बनी है, गुरबाणी बनन दा भाव है जो शब्द दा हुक्म है वह साडी करनी दे विच आ जाए, वो साडे कर्मां दे विच आ गया ते गुरबाणी बन गए, गुरबाणी दा रूप हो गए। सिख अरदास विच रोज ही बचन बोलदा, आपां हुण भी सरवण कर रहे ने। जदों वो बंद आंदा है, प्रथमै सरबत खालसा जी की अरदास, सरबत खालसा जी को वाहिगुरु 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 चित आवे। मतलब बड़ा स्पष्ट है कि मन करके 3 बारी वाहिगुरु क्यों किया है? मन बच ते कर्म 3 चीजां ने। हुक्म भी है मन बच कर्म ते है सच्चा। भाव मन दे विच भी वो मालक होवे, उसदी याद होवे, उसदे गुण होण। बच दा अर्थ है बचना विच भी, बोली विच, जुबान ते भी वही होवे, उसदे गुण होण। ते कर्म दा मतलब है जो असी करिए, जो बोलदे हां,
ਜੋ ਮਨ ਦੇ ਵਿੱਚ ਰੱਖਦੇ ਆ ਉਹ ਸਾਡੇ ਕਰਮਾਂ ਵਿੱਚ ਵੀ ਹੋ ਜਾਏ। ਫਿਰ ਇਹ ਰੂਪ ਹੈ ਵੀ ਗੁਰ ਪਰਚੈ ਪਰਵਾਨ, ਫਿਰ ਬੰਦਾ ਪਰਵਾਨ ਚੜ੍ਹਦਾ ਹੈ, ਫਿਰ ਉਹ ਕਬੂਲ ਪੈਂਦਾ ਹੈ, ਫਿਰ ਉਸ ਨੂੰ ਗੁਰੂ ਸਾਹਿਬ ਉਹ ਮਾਣ ਉਹ ਸਨਮਾਨ ਬਖਸ਼ਦੇ ਹੈ। ਤੇ ਇੱਥੇ ਤੇ ਗੁਰੂ ਅਰਜਨ ਸਾਹਿਬ ਜੀ ਦੀ ਸ਼ੋਭਾ ਹੈ। ਕਹਿੰਦੇ ਨੇ ਐ ਗੁਰੂ ਅਰਜਨ ਸਾਹਿਬ ਜੀਓ, ਆਪ ਜੀ ਨੂੰ ਗੁਰੂ ਰਾਮਦਾਸ ਸਾਹਿਬ ਮਹਾਰਾਜ ਵੱਲੋਂ ਜੋ ਉਪਦੇਸ਼ ਪ੍ਰਾਪਤ ਹੋਇਆ, ਜੋ ਗਿਆਨ ਪ੍ਰਾਪਤ ਹੋਇਆ, ਜੋ ਸਿਧਾਂਤ ਪ੍ਰਾਪਤ ਹੋਇਆ, ਆਪ ਜੀ ਨੇ ਉਸ ਨੂੰ ਕਮਾਇਆ। ਤੇ ਆਪ ਸੰਸਾਰ ਵਿੱਚ ਰਹਿੰਦੇ ਆ, ਰਾਜ ਮੈਂ ਜੋਗ ਕਮਾਇਓ। ਆਪ ਜੀ ਨੇ ਉਸ ਜੋਗ ਨੂੰ ਮਾਣਿਆ, ਨਿਰਲੇਪਤਾ ਵਾਲੇ, ਮੋਹ ਦੇ ਵਿੱਚ ਗਲਤਾਨ ਨਹੀਂ ਹੋਏ। ਧੰਨ ਧੰਨ ਗੁਰ ਧੰਨ, ਅਪਰ ਸਰ ਸੁਭਰ ਭਰਾਇਓ। ਇੱਕ ਹੋਰ ਬਰਕਤ ਦੇਖੋ ਗੁਰੂ ਦੀ, ਕਹਿੰਦੇ ਤੁਸੀਂ ਕੇਵਲ ਆਪਣੀ ਤੱਕ ਨਹੀਂ ਗੱਲ ਰੱਖੀ, ਐ ਗੁਰੂ ਅਰਜਨ ਸਾਹਿਬ ਆਪ ਜੀ ਧੰਨ ਹੋ, ਆਪ ਜੀ ਧੰਨ ਹੋ, ਧੰਨ ਹੋ ਤੁਸੀਂ। ਕਿਉਂਕਿ ਜਿੱਥੇ ਆਪ ਜੀ ਨੂੰ ਉਹ ਬਰਕਤ ਉਹ ਰਹਿਮਤ ਮਿਲੀ, ਆਪ ਜੀ ਨੇ ਅਪਰ ਸਰ, ਅਪਰ ਹੁੰਦਾ ਜਿਹੜੇ ਖਾਲੀ ਸਰ, ਸਰੋਵਰ, ਸਰ ਦਾ ਅਰਥ ਸਰੋਵਰ ਹੁੰਦਾ ਹੈ ਕਿ ਜਿਹੜੇ ਖਾਲੀ ਹਿਰਦੇ ਸਨ, ਜਿਨ੍ਹਾਂ ਦਾ ਜੀਵਨ ਸੱਚ ਤੋਂ ਗੁਣਾ ਤੋਂ ਖਾਲੀ ਸੀ, ਨਾਮ ਤੋਂ ਖਾਲੀ ਸੀ, ਸੁਭਰ ਭਰਾਇਓ, ਤੁਸੀਂ ਉਹਨਾਂ ਨੂੰ ਨੱਕੋ ਨੱਕ ਭਰ ਦਿੱਤਾ। ਅੱਜ ਵੀ ਗੁਰੂ ਭਰ ਰਿਹਾ, ਅੱਜ ਵੀ ਸਤਿਗੁਰੂ ਸਾਡੇ ਖਾਲੀ ਹਿਰਦਿਆਂ ਨੂੰ ਨਾਮ ਦੀ ਬਰਕਤ ਤੇ ਗੁਣਾ ਦੀ ਰਹਿਮਤ ਨਾਲ ਪੂਰਨ ਭਰਦੇ, ਨੱਕੋ ਨੱਕ ਭਰਦੇ ਨੇ, ਬਸ਼ਰਤੇ ਸਾਨੂੰ ਉਹ ਰਹਿਮਤ ਉਹ ਬਖਸ਼ਿਸ਼ ਉਹ ਕਿਰਪਾ ਲੈਣ ਦੀ ਜਾਂਚ ਆ ਜਾਏ। ਸਾਨੂੰ ਉਹ ਢੰਗ ਸਿੱਖਣਾ ਪੈਣਾ ਹੈ। ਇੱਥੇ ਇੱਕ ਬੇਨਤੀ ਕਰਾਂ ਸਾਧ ਸੰਗਤ, ਕੇਵਲ ਮੱਥਾ ਟੇਕਣ ਨੂੰ ਆਪਣੀ ਅਕੀਦਤ ਨਾ ਸਮਝ ਲੈਣਾ ਵੀ ਮੇਰਾ ਅਕੀਦਾ ਮੇਰਾ ਭਰੋਸਾ ਗੁਰੂ ਦੇ ਚਰਨਾਂ ਤੇ ਹੈ। ਇੱਕ ਬਾਹਰਲਾ ਕਰਮ ਹੈ, ਮੱਥਾ ਟੇਕ ਲਿਆ ਪਰ ਹਿਰਦਾ ਨਹੀਂ ਨਿਭ ਪਾਇਆ, ਤੇ ਮੁਖੋਂ ਹੋ ਸਕਦਾ ਤੇ ਦਿਖਾਵਾ ਹੋ ਸਕਦਾ, ਪਰ ਜਿਹੜਾ ਮਨ ਕਰਕੇ ਧਿਆਉਣ ਦਾ ਪੱਖ ਹੈ ਉਹ ਖਾਲੀ ਨਾ ਕਿਤੇ ਰਹਿ ਜਾਏ। ਉਸ ਦੇ ਲਈ ਆਪਣੇ ਆਪ ਨੂੰ ਆਪਣੀ ਮੈਂ ਨੂੰ ਛੱਡਣਾ ਪੈਂਦਾ ਹੈ, ਆਪਣੇ ਗਿਆਨ ਨੂੰ ਆਪਣੀ ਸਿਆਣਪ ਨੂੰ ਛੱਡਣਾ ਪਏਗਾ। ਇਹ ਦੇਖੋ ਬਰਕਤ ਹੈ ਵੀ ਇਹ ਗੁਰੂ ਅਰਜਨ ਸਾਹਿਬ ਆਪ ਜੀ ਧੰਨਤਾ ਜੋਗ ਹੋ, ਤੁਸੀਂ ਖਾਲੀ ਜੀਵਨ ਭਰ ਦਿੱਤੇ। ਔਰ ਗੁਰੂ ਨਾਨਕ ਸਾਹਿਬ ਦਾ ਇਹ ਮਾਰਗ ਹੀ ਇਤਨਾ ਪਿਆਰਾ ਹੈ। ਬੇਨਤੀ ਕਰਾਂ, ਬਾਬਾ ਨਾਨਕ ਜੀ ਨੇ ਇਨਸਾਨੀਅਤ ਨੂੰ ਗੁਣਾ ਨਾਲ ਚੰਗਾ ਬਣਾਇਆ ਹੈ, ਗੁਣ ਦੇ ਕੇ। ਇਹ ਨਹੀਂ ਬਾਬਾ ਜੀ ਨੇ ਕਿਹਾ ਵੀ ਮੇਰੇ ਮਗਰ ਲਾਈਨ ਵਿੱਚ ਖੜੇ ਹੋ ਜਾਓ, ਜਿਹੜੇ ਮੇਰੇ ਮਗਰ ਆ ਗਏ ਉਹ ਬਹੁਤ ਚੰਗੇ ਹੋ ਗਏ। ਸਤਿਗੁਰੂ ਨੇ ਕਬੂਲ ਹੀ ਉਸ ਨੂੰ ਪਾਇਆ ਜਿਸ ਦੇ ਅੰਦਰ ਗੁਣ ਮੌਜੂਦ ਨੇ, ਇਨਸਾਨੀਅਤ ਮੌਜੂਦ ਹੈ, ਰੱਬ ਦਾ ਡਰ ਮੌਜੂਦ ਹੈ, ਤੇ ਰੱਬ ਦੀ ਯਾਦ ਹਮੇਸ਼ਾ ਬਰਕਰਾਰ ਰਹਿੰਦੀ ਹੈ। ਸਤਿਗੁਰੂ ਨੇ ਇਹ ਨਹੀਂ ਵੇਖਿਆ ਇਹ ਸਿੱਖੀ ਰੂਪ ਹੈ, ਇਹ ਮੁਸਲਮਾਨ ਰੂਪ ਹੈ, ਇਹ ਕਿਸੇ ਹੋਰ ਮਤ ਮਤਾਂਤਰ ਬੋਲੀ ਇਲਾਕੇ ਨੂੰ ਮੰਨਣ ਵਾਲਾ ਹੈ। ਉਹਨਾਂ ਨੇ ਦੇਖਿਆ ਇਸ ਵਿੱਚ ਸਾਰੀ ਕਾਬਲੀਅਤ ਹੈ ਧਰਮ ਦੀ, ਇਸ ਵਿੱਚ ਕਾਬਲੀਅਤ ਹੈ ਇਨਸਾਨੀਅਤ ਦੀ, ਇਸ ਵਿੱਚ ਗੁਣ ਨੇ ਨਿਰੰਕਾਰ ਦੀ ਇਬਾਦਤ ਕਰਨ ਵਾਲੇ। ਉਸ ਨੂੰ ਬਾਬੇ ਨੇ ਕੋਲ ਬਿਠਾ ਗਲਵਕੜੀ ਚ ਲੈ ਲਿਆ। ਜਿਹੜੇ ਦੂਰ ਸਨ ਉਹਨਾਂ ਕੋਲ ਗੁਰਦੇਵ ਆਪ ਗਏ, ਉਹਨਾਂ ਦੇ ਹੱਥਾਂ ਦੇ ਚਾਕੂ ਛੁਰੇ, ਉਹਨਾਂ ਦੇ ਤਪਦੇ ਕੜਾਹੇ, ਉਹਨਾਂ ਦੇ ਮੰਤਰਾਂ ਤੰਤਰਾਂ ਦੇ ਹਥਿਆਰ, ਉਹਨਾਂ ਦਾ ਸਾਰਾ ਕੁਝ ਇੱਕ ਪਾਸੇ ਕਰਾ ਦਿੱਤਾ ਤੇ ਸੱਚ ਦੇ ਰਾਹ ਤੇ ਤੋੜ ਦਿੱਤਾ। ਗੱਲ ਸੀ ਮਤਾ ਸਮਝਿਓ ਵੀ ਸੱਜਣ ਕੋਲ ਗਿਆਨ ਦੀ ਕਮੀ ਸੀ, ਕਰਮ ਬਹੁਤ ਕਰਦਾ। ਸਤਿਗੁਰੂ ਨੇ ਸਮਝਾਇਆ ਵੀ ਜਿਹੜੇ ਰਸਤੇ ਤੁਰੇ ਐ ਅੱਗੇ ਬਹੁਤ ਡੂੰਗਾ ਤਪਦਾ ਕੜਾਹਾ ਨਜ਼ਰ ਆਏਗਾ, ਤੈਨੂੰ ਉੱਥੇ ਸਾੜ ਦਿੱਤਾ ਜਾਣਾ, ਤੇਰੇ ਕਰਮ ਮਾੜੇ ਨੇ। ਤਰੀਕਾ ਬਾਬੇ ਦਾ ਆਪਣਾ ਸੀ, ਉਹਨਾਂ ਨੇ ਬਾਣੀ ਦੇ ਰਾਹੀਂ ਗਿਆਨ ਦਿੱਤਾ। ਸਮਝ ਆ ਗਈ ਵੀ ਜਿਹੜੇ ਰਾਹੇ ਤੁਰੇ ਆ ਅਸਲ ਵਿੱਚ ਇਹਦੇ ਰਸਤਾ ਵਾਕਈ ਬਹੁਤ ਮਾੜਾ ਹੈ। ਪਲਟ ਗਿਆ। ਸਤਿਗੁਰੂ ਨੇ ਰਸਤਾ ਦਿਖਾਤਾ ਵੀ ਇਹ ਹੈ ਗਿਆਨ, ਇਹ ਹੈ ਸੱਚ, ਇਹ ਹੈ ਸੇਵਾ, ਇਸ ਦੇ ਰਾਹੀਂ ਕਬੂਲ ਪੈ ਸਕਦਾ। ਸਮਝ ਆ ਗਈ, ਬਦਲ ਗਿਆ ਜੀਵਨ। ਭੂਮੀਏ ਚੋਰ ਨੂੰ ਬਦਲ ਦਿੱਤਾ, ਨੂਰਸ਼ਾ ਜਾਦੂਗਰਨੀ ਨੂੰ ਬਦਲ ਦਿੱਤਾ, ਕੋਡੇ ਭੀਲ ਨੂੰ ਬਦਲ ਦਿੱਤਾ। ਪਰਵਾਹ ਨਹੀਂ ਬਾਬੇ ਨਾਨਕ ਨੇ ਕਿਸੇ ਦੀ ਕੀਤੀ। ਜਿਹੜੇ ਧਰਮੀ ਸਨ ਉਹ ਆਪ ਆ ਗਏ,
ਜਿਹੜੇ ਅਧਰਮੀ ਸਨ, ਗੁਰੂ ਨਾਨਕ ਨੇ ਕੋਲ ਜਾ ਕੇ ਜਗਾ ਦਿੱਤਾ ਵੀ ਕਰਮ ਤੇ ਕਰਨਾ ਹੈ, ਸਰਾਂ ਵੀ ਬਣਾਈ ਹੈ, ਸੇਵਾ ਵੀ ਕਰਨਾ ਹੈ, ਇਹ ਲੁੱਟ ਨਾ। ਇਹ ਆਪਣੇ ਆਪ ਨੂੰ ਇਹਨਾਂ ਦੀ ਸੇਵਾ ਵਿੱਚ ਨਿਸ਼ਾਵਰ ਕਰਦੇ, ਆਪਣੇ ਆਪ ਨੂੰ ਲੁਟਾ ਲੇ। ਜਿਸ ਦਿਨ ਆਪਣੇ ਆਪ ਨੂੰ ਨਿਸ਼ਾਵਰ ਕਰੇਗਾ, ਸੱਚ ਜਾਣੀ ਦਾਤੇ ਨੇ ਤੈਨੂੰ ਬਹੁਤ ਮਾਣ ਦੇਣਾ ਹੈ। ਇਨਸਾਨੀਅਤ ਦੇ ਗੁਣ ਇਹ ਸਨ ਜਿਹੜੇ ਗੁਰੂ ਨਾਨਕ ਨੇ ਲੋਕਾਂ ਵਿੱਚ ਜਾ ਕੇ ਪਾਏ। ਅੱਜ ਉਹੀ ਤੇ ਹੈ ਕਿ ਐ ਗੁਰੂ ਸਾਹਿਬ ਆਪ ਜੀ ਧੰਨ ਹੋ, ਕਿਉਂਕਿ ਜੋਤ ਉਹੀਓ ਪੰਜਵੇਂ ਸਰੂਪ ਵਿੱਚ ਹੈ, ਉਹੀਓ ਜੋਤ ਅੱਗੇ ਚਲੀ ਗਈ। ਇਸ ਕਰਕੇ ਦੇਖੋ ਭੱਟ ਸਾਹਿਬਾਨ, ਸਦਕੇ ਜਾਈਏ ਉਹਨਾਂ ਦੀ ਪਾਰਖੂ ਨਜ਼ਰ ਤੋਂ, ਜਿਨ੍ਹਾਂ ਨੇ ਕਹਿ ਦਿੱਤਾ ਵੀ ਗੱਲਾਂ ਵਾਲੇ ਬੜੇ ਲੱਭੇ, ਜੀਵਨ ਵਾਲਾ ਕੋਈ ਨਹੀਂ। ਤੇ ਗੁਰੂਆਂ ਨੂੰ ਕਹਿੰਦੇ ਜੋ ਤੁਹਾਡੇ ਕੋਲ ਲੱਭਿਆ ਉਹ ਤੇ ਪ੍ਰਤੱਖ ਨਿਰਾਕਾਰ ਨੂੰ ਸਾਕਾਰ ਰੂਪ ਦੇਖਣਾ ਸਾਨੂੰ ਅੱਜ ਆ ਗਿਆ ਵੀ ਤੁਹਾਡੇ ਵਿੱਚ ਰੱਬ ਬੈਠਾ, ਤੁਸੀਂ ਰੱਬ ਦਾ ਸਰੂਪ ਬਣ ਗਏ ਹੋ। ਕਿਉਂ ਬਣੇ ਹੋ? ਕਿਉਂਕਿ ਗੁਰੂ ਦੇ ਹੁਕਮ ਵਿੱਚ ਚੱਲ ਰਹੇ ਹੋ। ਧੰਨ ਹੋ ਗੁਰੂ ਅਰਜਨ ਸਾਹਿਬ, ਤੁਸੀਂ ਧੰਨ ਹੋ, ਕਿਉਂਕਿ ਖਾਲੀ ਹਿਰਦਿਆਂ ਨੂੰ ਭਰਨਾ ਆ ਗਿਆ। ਤੁਸੀਂ ਸਾਰਿਆਂ ਦੇ ਹਿਰਦੇ ਸਰੋਸ਼ਾਰ ਕੀਤੇ ਨੇ। ਗੁਰ ਗਮ ਪਰਮਾਨ ਅਰਜੁਨ ਅਜਰ ਜਰਿਓ ਸਰ ਸੰਤੋਖ ਸਮਾਇਓ। ਕਹਿੰਦੇ ਗੁਰ ਗਮ ਪਰਮਾਨ ਅਜਰ ਜਰਿਓ। ਐ ਗੁਰੂ ਅਰਜਨ ਸਾਹਿਬ ਆਪ ਜੀ ਨੇ ਗੁਰੂ ਨਾਲ ਜੁੜ ਕੇ ਗੁਰੂ ਦੀ ਪਦਵੀ ਨੂੰ ਪ੍ਰਾਪਤ ਕੀਤਾ ਹੈ। ਕਬੂਲ ਪੈ ਗਏ ਹੋ ਤੁਸੀਂ, ਪਰਮਾਨ ਚੜ ਗਏ ਹੋ, ਪਰਵਾਨ ਚੜ ਗਏ ਹੋ, ਕਬੂਲ ਪੈ ਗਏ ਤੇ ਗੁਰੂ ਰੁਤਬਾ ਪ੍ਰਾਪਤ ਕਰ ਲਿਆ, ਜਿੱਥੇ ਜਾ ਕੇ ਅਜਰ ਜਰਿਓ। ਐ ਗੁਰੂ ਅਰਜਨ ਸਾਹਿਬ ਜੀ ਆਪ ਜੀ ਨੇ ਅਜਰ ਨੂੰ ਜਰਨਾ ਸਿੱਖ ਲਿਆ। ਦੇਖੋ ਇੱਕ ਤੇ ਹੈ ਮਨ ਕਰਕੇ, ਔਰ ਜਿਸ ਨੇ ਮਨ ਨੂੰ ਜਿੱਤ ਲਿਆ, ਸਾਨੂੰ ਤੇ ਚਾਰ ਬੰਦੇ ਕਿਤੇ ਪਿਆਰ ਨਾਲ ਨਿਭ ਕੇ ਫਤਿਹ ਬੁਲਾ ਦੇਣ ਨਾ, ਗੋਡੀ ਹੱਥ ਲਾ ਕੇ ਤੇ ਬੰਦਾ ਮਾਣ ਮੱਤਾ ਹੋ ਜਾਂਦਾ ਹੈ। ਅਗਲੇ ਦਿਨ ਵੀ ਸੋਚਦਾ ਵੀ ਚਾਰ ਨਹੀਂ ਉਨੱਠ ਨਿਭਣ ਆ ਕੇ। ਇਹ ਗੁਰੂ ਅਰਜਨ ਸਾਹਿਬ ਆਪ ਜੀ ਦੇ ਸਾਹਮਣੇ ਜਗਤ ਨਿਭਿਆ ਹੈ। ਆਪ ਜੀ ਨੂੰ ਜੈ ਜੈਕਾਰ ਕਾਇਨਾਤ ਕਰਦੀ ਹੈ, ਆਪ ਜੀ ਦੀ ਆ ਕੇ ਸ਼ੋਭਾ ਕਰਦੀ ਹੈ। ਵੱਡੇ ਵੱਡੇ ਰਾਜੇ ਮਹਾਰਾਜੇ ਜਾਣਦੇ ਨੇ ਆ ਗੁਰੂ ਅਰਜਨ ਸਾਹਿਬ ਪਿਤਾ ਆਪ ਜੀ ਮਹਾਨ ਹੋ। ਲੇਕਿਨ ਇੱਕ ਬੇਨਤੀ ਕਰਦੇ ਹਾਂ, ਜਦੋਂ ਲਾਹੌਰ ਵਿੱਚ ਗਿਲਟੀ ਤਾਪ ਦੀ ਬਿਮਾਰੀ ਫੈਲੀ, ਸਤਿਗੁਰੂ ਪਰਿਵਾਰ ਸਮੇਤ ਜਾ ਕੇ ਸੇਵਾ ਨਿਭਾਉਂਦੇ ਰਹੇ। ਲੇਕਿਨ ਜਿਸ ਦਿਨ ਉਸੇ ਲਾਹੌਰ ਵਿੱਚ ਮੇਰੇ ਦਾਤੇ ਨੂੰ ਤਤੀ ਤਵੀ ਤੇ ਬਿਠਾਇਆ ਗਿਆ, ਜਿਸ ਤਰ੍ਹਾਂ ਖੁਸ਼ੀ ਖੁਸ਼ੀ ਪਹਿਲੋਂ ਗਏ, ਉਸੇ ਤਰ੍ਹਾਂ ਖੁਸ਼ੀ ਖੁਸ਼ੀ ਅੱਜ ਬੈਠੇ ਹੋਏ ਨੇ। ਇਹ ਅਵਸਥਾ ਪ੍ਰਾਪਤ ਹੋਈ ਅਜਰ ਨੂੰ ਜਰਨ ਵਾਲੀ, ਇਹ ਰੁਤਬਾ ਪ੍ਰਾਪਤ ਹੋਇਆ ਆਪਣੇ ਜੀਵਨ ਵਿੱਚ ਰੱਬ ਦੇ ਗੁਣਾਂ ਨੂੰ ਧਾਰਨ ਕਰਨ ਨਾਲ, ਤਾਂ ਹੀ ਰੱਬ ਰੂਪ ਬਣੇ ਹੋ। ਇਸੇ ਇੱਕ ਗੱਲ ਕਰਕੇ ਨਹੀਂ ਬਣ ਜਾਂਦਾ, ਬਹੁਤ ਗੁਣ ਪ੍ਰਤੱਖ ਹਰ। ਭੱਟ ਜੀ ਨੇ ਕਹਿ ਦਿੱਤਾ ਨਾ, ਗੁਰੂ ਅਰਜਨ ਪ੍ਰਤੱਖ ਹਰ। ਕਿਤੇ ਭੱਟ ਸਾਹਿਬਾਨ ਦੇ ਬਚਨ ਹੋਰ ਪੜ੍ਹਦੇ ਆ ਆਪਾਂ, ਜਬ ਲੋ ਨਹੀਂ ਭਾਗ ਲਿਲਾਰ ਉਦੈ ਤਬ ਲੋ ਭ੍ਰਮ ਤੇ ਫਿਰਤੇ ਬਹੁਤਾਇਓ। ਕਲ ਘੋਰ ਸਮੁੰਦਰ में बूढ़त थे कबहू मिटह नहीं रे पछतायो। तत् विचार यह मथुरा जगतारन को अवतार बनायो। जपयो जिन अर्जुन देव गुरु फिर संकट जोन गर्भ ना आयो। क्योंकि जिस गुरु अर्जन साहब का वो रूप है, जो रूप मालिक का जो अज बनिया, गुण कह के उस विच अभेद हो के उस प्रताकारी का कहने जेड़ा उसनू भी याद कर ले, उसका भी पार उतारा हो जाएगा। इस करके कह रहे ने गुर गम परमाण अजर जरियो सर संतोख समायो। आप जी संतोख दे सरोवर विच समा गए हो। भाव सहज ते संतोख आप विच भरपूर है। आप जी डोलदे नहीं हो, आप नूं कोई लालच नहीं है। केवल गुरु की वडियाई विच बचन ने, गुरु अर्जन साहब की अखीरला बचन है, कहते गुरु अर्जुन कल उचरै तै सहज जोग निज पायो। भट्ट जी कल सहार जी कहते ने गुर अर्जन, ए गुरु अर्जन साहब जी कल उचरै, कल सहार उचारदा है, भाव अपने आप को संबोधन करते ने कि भट्ट कल सहार या भट्ट कल जी। ये बचन आखते ने तै, तै शब्द है तुसी। गुरु अर्जन साहब महाराज वास्ते सहज जोग निज पायो। सहज अवस्था विच रहिंदे आ, निर्लेप रहिंदे आ,
ਆਪਣੇ ਅਸਲ ਰੂਪ ਨਿਜ ਸਰੂਪ ਪਰਮ ਪਿਤਾ ਪਰਮੇਸ਼ਰ ਵਾਲੇ ਰੂਪ ਨੂੰ ਆਪ ਪ੍ਰਾਪਤ ਕੀਤਾ ਹੈ। ਇਸ ਦਾ ਆਖਰੀ ਭਾਵ ਮੈਂ ਬੇਨਤੀ ਵਿੱਚ ਕਰਦੇ ਹਾਂ, ਪਿਆਰਿਓ, ਗੁਰੂ ਦੀ ਵਡਿਆਈ ਅਸੀਂ ਸਾਰੇ ਕਰ ਰਹੇ ਹਾਂ। ਬਾਣੀ ਵੀ ਕਹਿੰਦੀ ਹੈ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ, ਗੁਰ ਕੀ ਟੇਕ ਰਹੂੰ ਦਿਨ ਰਾਤ, ਜਾ ਕੀ ਕੋਏ ਨਾ ਮੇਟੈ ਦਾਤ। ਲੇਕਿਨ ਗੁਰੂ ਅਰਜਨ ਸਾਹਿਬ ਜੀ ਵੀ ਇੱਕ ਬਚਨ ਕਰਦੇ ਨੇ, ਆਦ ਗੁਰੇ ਨਮੈ ਜੁਗਾਦ ਗੁਰੇ ਨਮੈ ਸਤ ਗੁਰੇ ਨਮੈ ਸ਼੍ਰੀ ਗੁਰੂ ਦੇਵੇ ਨਮੈ। ਗੁਰੂ ਨੂੰ ਨਮਸਕਾਰ, ਬਾਰ-ਬਾਰ ਡੰਡੋਤ ਕਰ ਆਪਣੇ ਗੁਰੂ ਨੂੰ, ਕਿਉਂਕਿ ਗੁਰੂ ਦੀ ਬਰਕਤ ਨਾਲ ਹੀ ਇਹ ਸਭ ਕੁਝ ਬਣਿਆ। ਤੇ ਇੱਕ ਬੇਨਤੀ ਕਰਾਂ, ਹੁਣ ਸਵਾਲ ਆਉਂਦਾ ਜੀ, ਗੁਰੂ ਅਸੀਂ ਤੇ ਪੜ੍ਹ ਰਹੇ ਹਾਂ ਬਾਣੀ ਗੁਰੂ, ਅਸੀਂ ਤੇ ਪੜ੍ਹ ਰਹੇ ਹਾਂ ਸੱਚਾ ਸਤਿਗੁਰੂ, ਨਿਰੰਕਾਰੀ ਗੁਰੂ, ਇਲਾਹੀ ਗਿਆਨ ਗੁਰੂ, ਪਰ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ। ਨਿਰੰਕਾਰ ਤੇ ਗੁਰੂ ਇੱਕ ਰੂਪ ਨੇ, ਆਪਣੇ ਗੁਰ ਮਿਲ ਰਹੀ ਹੈ, ਅੰਮ੍ਰਿਤ ਗਈ ਹੈ, ਹੁਕਮ ਹੈ ਮਾਲਕ ਦਾ। ਸੋ ਗੁਰੂ ਅਰਜਨ ਸਾਹਿਬ ਦੀ ਮਹਿਮਾ, ਗੁਰੂ ਅਰਜਨ ਸਾਹਿਬ ਪਿਤਾ ਦੀ ਵਡਿਆਈ, ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਨੂੰ ਦੇਖਣ ਵਾਲੀ ਇਹ ਪਾਰਖੂ ਨਜ਼ਰ ਜਿਹੜੀ ਭੱਟ ਸਾਹਿਬਾਨ ਕੋਲ ਸੀ, ਉਹਨਾਂ ਨੇ ਉਸ ਵਿੱਚੋਂ ਜਿਹੜੇ ਉਪਦੇਸ਼, ਜਿਹੜਾ ਗਿਆਨ ਸਾਡੇ ਵਾਸਤੇ ਰੱਖ ਦਿੱਤਾ, ਇਹ ਜਿੱਥੇ ਗੁਰੂ ਮਹਿਮਾ ਆਖੀ ਹੈ, ਇਹ ਸਾਨੂੰ ਮਾਰਗ ਦਿੱਤਾ ਹੈ ਕਿ ਇਹ ਭਾਈ ਆਪਣੇ ਆਪ ਨੂੰ ਆਪਣੇ ਗੁਰੂ ਨਾਲ ਜੋੜੋ, ਆਪਣੇ ਆਪ ਨੂੰ ਗੁਰੂ ਵਾਲਾ ਬਣਾਓ। ਜਦੋਂ ਤੱਕ ਗੁਰੂ ਦਾ ਹੁਕਮ, ਗੁਰੂ ਦੀ ਆਗਿਆ ਸੀ ਨਹੀਂ ਕਮਾਉਂਦੇ, ਨਹੀਂ ਬਣਦੇ, ਗੁਰੂ ਦੇ ਰਸਤੇ ਤੇ ਨਹੀਂ ਚੱਲਦੇ, ਤੇ ਖਿਮਾ ਕਰਿਓ, ਬਹੁਤ ਲੋਕ ਉਦੋਂ ਵੀ ਬੇਗੁਰੂ ਤੋਂ, ਗਿਆਨ ਤੋਂ, ਗੁਰੂ ਦੇ ਉਪਦੇਸ਼ ਤੋਂ ਹੀਣੇ ਰਹਿਣ ਕਰਕੇ ਖੁਆਰ ਹੋਏ। ਅੱਜ ਸਾਨੂੰ ਵੀ ਕਿਤੇ ਮੱਥਾ ਟੇਕਦਿਆਂ ਵੀ ਖਾਲੀਪਣ ਨਾ ਮਿਲੇ, ਅਸੀਂ ਕੁਝ ਪ੍ਰਾਪਤ ਕਰਨਾ ਹੈ, ਤੇ ਉਸ ਦਾ ਇੱਕੋ ਇੱਕ ਤਰੀਕਾ ਹੈ, ਰੋਜ਼ ਪੜ੍ਹਦੇ ਹਾਂ ਸਤਿਗੁਰ ਪ੍ਰਸਾਦ, ਸਤਿਗੁਰ ਪ੍ਰਸਾਦ। ਇਹ ਸਭ ਗੁਰੂ ਦੀ ਕਿਰਪਾ ਨਾਲ ਹੈ, ਰੱਬ ਗੁਰੂ ਦੀ ਕਿਰਪਾ ਨਾਲ ਹੈ, ਗੁਣ ਗੁਰੂ ਦੀ ਕਿਰਪਾ ਨਾਲ ਨੇ। ਹੁਣੇ ਪਿਛਲੇ ਦਿਨੀ ਆਪਾਂ ਮਨਾ ਕੇ ਹਟੇ ਹਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ, ਕੇਵਲ ਗੁਰੂ ਦੀ ਬਰਕਤ ਹੈ, ਕੇਵਲ ਗੁਰੂ ਦੇ ਗਿਆਨ ਦਾ ਪ੍ਰਤਾਪ ਹੈ। ਕੋਈ ਬਹੁਤੀਆਂ ਉਹ ਗੱਲਾਂ ਨਹੀਂ ਜਿਨ੍ਹਾਂ ਨੂੰ ਅਸੀਂ ਸਮਝ ਨਾ ਸਕੀਏ। ਬੜਾ ਸਰਲ ਜਿਹਾ ਸਿਧਾਂਤ ਹੈ ਗੁਰਮਤਿ ਦਾ। ਇਤਿਹਾਸ ਨੂੰ ਆਪਣੀ ਅੱਖਾਂ ਅੱਗੇ ਰੱਖ ਕੇ ਦੇਖ ਲਿਓ। ਛੋਟੀਆਂ ਛੋਟੀਆਂ ਉਮਰਾਂ ਦੇ ਉਹ ਗੁਰੂ ਕੇ ਸੁਪੁੱਤਰ, ਉਹ ਇਸ ਕਰਕੇ ਨਹੀਂ ਵੀ ਗੁਰੂ ਦੇ ਪੁੱਤਰ ਨੇ, ਉਹ ਇਸ ਕਰਕੇ ਕਿ ਗੁਰੂ ਦੇ ਸਿਧਾਂਤ ਨੂੰ ਉਹਨਾਂ ਨੇ ਉਮਰਾਂ ਛੋਟੀਆਂ 'ਚ ਹੀ ਕਮਾ ਲਿਆ, ਤੇ ਉਹ ਬਾਬਾ ਬਣ ਗਏ। ਉਹਨਾਂ ਨੂੰ ਅਦਬ ਮਾਣ ਸਨਮਾਨ ਬਾਬਿਆਂ ਵਾਲਾ ਮਿਲਿਆ। ਉਹਨਾਂ ਨੂੰ ਨਾਮ ਵੀ ਅੱਜ ਕੋਈ ਨਹੀਂ ਕਹਿੰਦਾ, ਅਜੀਤ ਸਿੰਘ ਨਹੀਂ ਕਹਿੰਦੇ, ਅਸੀਂ ਬਾਬਾ ਅਜੀਤ ਸਿੰਘ ਜੀ ਆਖਦੇ ਹਾਂ, ਅਸੀਂ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਆਖਦੇ ਹਾਂ। ਕਾਰਨ ਹੈ ਇਹ ਬਾਣੀ ਦਾ ਹੀ ਪ੍ਰਤਾਪ ਹੈ, ਇਹ ਸੱਚ ਦੇ ਗਿਆਨ ਦਾ। ਇਸ ਕਰਕੇ ਗੁਰੂ ਦੇ ਨਾਲ ਜੁੜੋ, ਗੁਰੂ ਮਹਿਮਾ ਗਾਓ, ਤੇ ਇਹ ਜਿਹੜੀ ਸਿਫਤੋ ਸਲਾਹ ਹੈ, ਇਸ ਤੋਂ ਆਪਣੇ ਆਪ ਨੂੰ ਸੱਚ ਦੇ ਰਾਹ ਤੇ ਤੋਰਦਿਆਂ ਪਵਿੱਤਰ ਬਣਾਉਣ ਦਾ ਯਤਨ ਕਰੋ, ਫਿਰ ਜੀਵਨ ਸਫਲ ਹੈ। ਸੋ ਇੱਥੇ ਦਾਸ ਵਿਚਾਰ ਸੰਕੋਚਦਾ, ਕੇਵਲ ਅਖਰੀ ਅਰਥ ਤੇ ਭਾਵ ਨੂੰ ਸਮਝਣ ਦਾ ਯਤਨ ਕੀਤਾ। ਹੋਈਆਂ ਬੇਅੰਤ ਗਲਤੀਆਂ ਲਈ ਦਾਸ ਖਿਮਾ ਦਾ ਜਾਚਕ ਹੈ। ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।